यूएसबी पे नहीं आ रही तारा और ये आ रही तारा है। ने यार वो यार बड़ी वो रिकॉर्डिंग मंसूर चलाई गई यार, ये है तारा। इन्होंने मिलके जोड़ी बना ली। ਉਹ ਨਹੀਂ ਹੈ ਵਿਚਾਰਾ ਮਨਸੂਰ, ਉਹ ਚਲਾ ਗਿਆ ਮਾਈਂਡ ਰੋਸਟਰ ਦੀ ਬਰਾੜ ਤੇ ਨਾ, ਉਹਨੂੰ ਬਿਠਾ ਲਿੱਤਾ ਉਹ ਬੱਟ ਤੇ 2-4 ਹੋਰ, ਜੋ ਉਹਦਾ ਲਿੱਤਰ ਪੋਲਾ ਕੀਤਾ ਕਿ ਤੂੰ ਉੱਥੇ ਕਿਉਂ ਗਿਆ ਸੀ। ਉਹ ਮੈਂ ਕਿਹਾ ਬੱਚਾ ਹੈ ਯਾਰ, ਅਗਰ ਆ ਹੀ ਗਿਆ ਸੀ ਕੀ ਕੀਆ ਉਹਨੂੰ, ਕੁਝ ਵੀ ਨਹੀਂ ਕਿਹਾ ਸੀ ਤੇ ਮਜ਼ਾਕ ਵਿੱਚ ਬੈਠੇ ਸਾਂ। ਕੀ ਯਾਰ ਵੈਸੇ ਕਸਮੀ ਜ਼ਿੰਦਗੀ ਹੈ ਯਾਰ। पर वो तो कहते ने आही जलालत वाली जिंदगी ते जिंदगी। सीकर भाई हम बहुत मिस कर रहे हैं वो ब्रॉड को। वो ब्रॉड जो है ना वो दोबारा चलनी चाहिए। अगर आपकी आउटिंग ख़त्म हो गई है तो इस पर गौर करें। यार वो मनु भी बड़े मैसेज आंदे आ पर्सनल ਦੇ ਵਿੱਚ ਕਿ ਸੀਕਰ ਤੇ ਉਹ ਬਾਬਰ ਕਿੱਧਰ ਚਲੇ ਗਏ ਨੇ ਯਾਰ, ਉਹਨਾਂ ਨੂੰ ਵਾਪਸ ਯਾਰ ਉਹ ਬੜੀ ਜ਼ਬਰਦਸਤ ਬਰਾੜ ਸੀ ਯਾਰ, ਉਸ ਜੈਸੀ ਬਰਾੜ ਕਦੀ ਨਹੀਂ ਲੱਗੀ। वर्ल्ड टू वर्थ है। ਇੱਕ ਥੱਲੇ ਇੱਕ ਬੰਦਾ ਆਇਆ ਹੈ ਮਲਕ ਦੇ ਨਾਂ ਤੋਂ ਆਈਡੀ ਤੋਂ, ਉੱਥੇ ਬੜੀਆਂ ਰਿਕੁਐਸਟਾਂ ਪਾ ਰਹੇ ਸਨ। ਆਜੋ ਉੱਤੇ, ਤੁਹਾਨੂੰ ਰਿਕੁਐਸਟ ਪਾਈ ਹੈ ਮਲਕ ਸਾਹਿਬ, ਆਜੋ ਉੱਪਰ। ਪੀਰ ਅਸਕਾਨੀ ਸਾਹਿਬ ਦੀ ਬਰਾੜ ਤੇ ਅਸੀਂ ਤੁਹਾਨੂੰ ਨਹੀਂ ਚੁੱਕ ਸਕੇ, ਇੱਥੇ ਤੇ ਆਜੋ। ਉਹਨੂੰ ਬੜੀ ਡਾਂਟ ਪਈ ਹੈ ਯਾਰ। ਉਹ ਮਨਸੂਰ बेचारा ना वो माफिया ही मांगता रह गया। मैं माजरत करता हूँ अगर किसी की मेरी दिल आज़ारी हुई है, मैं माजरत चाहता हूँ। को सीकर भाई आ गए। अस्सलाम वालेकुम वालेकुम अस्सलाम वालेकुम। सीकर भाई किधर गायब हो गए हो? ਸਰ ਇੱਧਰ ਦੇ ਇੱਧਰ ਹੀ, ਬਸ ਇੱਥੇ ਹੀ ਦੁਨੀਆ 'ਚ ਤੜੇ। सीकर भाई ਤੁਸੀਂ ਜਿੰਨੀ ਮਰਜ਼ੀ ਦੌੜ ਲਾ ਲਓ, 220 ਮੁਲਕ ਤੁਸੀਂ ਨਹੀਂ ਫੇਰ ਸਕਦੇ। ਉਹ ਤੁਹਾਨੂੰ ਚੰਦ ਜਾਣਾ ਪੈਣਾ। ਮੈਂ ਯੁਗਾਂਡਾ ਰਹਿ ਗਿਆ, ਮੈਂ ਕਿਹਾ ਉਹ ਵੀ ਫਿਰ ਲਾ ਜ਼ਰਾ। ਵਾਪਸ ਹੋ ਜਾਓ ਯੂਕੇ ਵਾਪਸ। ਲਾਸਟ ਟਾਈਮ ਜਿਹੜੀ ਕਲੈਸ਼ਨਕੋਫ ਚਲਾ ਕੇ ਗਾਲਾ ਚਲਾਇਆ ਸੀ ਨਾ, ਮੈਂ ਉੱਥੇ ਗਿਆ, ਮੈਂ ਕਿਹਾ ਉਹ ਫਿਰ ਗਿਆ ਮੈਂ ਬੋਲ ਕਿਹੜਾ ਸੀ। ਸੀਕਰ ਭਾਈ ਤੁਸੀਂ ਉਹਦੇ ਤੋਂ ਤਾਂ ਨਹੀਂ ਇਨਸਪਾਇਰ ਹੋ ਜਿਹੜਾ ਜਮਾਤ ਦਾ ਪੀਸ ਟੂਰ ਤੇ ਨਿਕਲੇ ਆਇਆ? ਉਹ ਮੁਬਾਰਕ। ਹਾਂ ਮੁਬਾਰਕ। ਨਹੀਂ ਮੈਂ ਪੀਸ ਮੁਕਾਨ 'ਚ ਟੁਰਿਆ ਹੋਇਆ। बस इंशाल्लाह जी 2-3 हफ्ते में हो जाना फ्री। मैं पूछना है सीकर मरज़ई है कि मुसलमान है? हाँ जी मरज़ई जी, मरज़ई। सही। तुसी खुश हो लो, तुसी फतवा ला लो। नहीं फतवा की लाना उधर किदी बराड़ दे, किदी बराड़ सी यार। मैनू मेरे ख्याल नाल ਉਹ ਸਰਕਾਰ ਜੀ ਦੀ ਬਰਾੜ ਦੇ ਉੱਤੇ। ਮੈਂ ਸੀਕਰ ਨੂੰ ਕਹੀ ਜਾ ਰਿਹਾ ਕਿ ਤੇਰੇ ਮਿਰਜ਼ੇ ਦੀ ਹੋ, ਤੇ ਸੀਕਰ ਮੈਨੂੰ ਕਹੀ ਜਾ ਰਿਹਾ ਤੇਰੇ ਮਿਰਜ਼ੇ ਦੀ। ਉਹ ਟਰੂ ਸੀਕਰ ਹੈ ਓਏ ਯਾਰ। ਨਹੀਂ ਉਹ ਕੱਲਾ ਸੀਕਰ ਸੀ ਯਾਰ। ਅੱਛਾ ਪਤਾ ਨਹੀਂ, ਮੈਨੂੰ ਪਤਾ ਨਹੀਂ ਵਗੈਰਾ ਦਾ। ਨਹੀਂ ਇਸੇ ਤਰ੍ਹਾਂ ਦੀ ਨਾ ਆਈ ਥਿੰਕ ਬਰੂਟਲ ਦੇ ਨਾਮ ਤੋਂ ਇੱਕ ਹੋਰ ਆਈਡੀ ਹੈ, ਉਹਦੇ ਤੇ ਇਹੀ ਪਿਕਚਰ ਲੱਗੀ ਹੈ। ਤੁਸੀਂ ਕਿਤੇ ਉਹਦੇ ਨਾਲ ਗੱਲ ਕਰਦੇ ਹੋ ਯਾਰ। ਤੁਸੀਂ ਜਿਹੜੀ ਰਾਜੇ ਨਾਲ ਅੱਜ ਜ਼ਿਆਦਤੀ ਕੀਤੀ ਹੈ ਨਾ, ਮੈਂ ਤਾਂ ਇਤਜਾਜ ਕਰਾਂਗਾ। ਉਹ ਆਏ ਗਿਆ ਤੇ ਵਿਚਾਰਾ ਰਾਜਾ ਹੁਣ ਹੈ ਇਸ ਕਾਬਲ, ਰਾਜੇ ਕੋਲ ਕੀ ਕੱਖ ਵੀ ਨਹੀਂ ਹੈ। ਰਾਜਾ ਐਵੇਂ ਕੰਨ ਸੁੱਟ ਦੇਂਦਾ ਬੱਕਰਿਆ, ਰਗੜ ਹੀ ਛੜਿਆ। ਉਹ ਐਵੇਂ ਬਿਲਾ ਵਜਾ ਉਹ ਕੋਈ ਫਾਇਦਾ ਹੀ ਕੋਈ ਉਹਦੇ ਨਾਲ ਗੱਲ ਕਰਨ ਦਾ। ਉਹ ਮੇਣੇ ਵਾਲੀ ਗੱਲ ਕਿਸੇ ਨੇ ਆਖਿਆ ਨਾ, ਹਰਾਮ ਦਿਆ ਤੂੰ ਹੀ ਹੋਏਗਾ ਹੈ। ਉਹ ਇਹ ਗੱਲਾਂ ਸੁਣਾਉਂਦੀਆਂ ਬਾਲਾਂ ਵਾਲੀਆਂ। ਕੋਈ ਗੱਲ ਉਹਨੂੰ ਕਰ ਲੋ, ਤੂੰ ਆਪੇ ਹੀ ਹੋਏਗਾ। पहले जिक्र भी एक और आया था मसरूफ ਸੀਕਰ ਸਾਹਿਬ ਤੁਹਾਡੇ ਦੋਸਤ ਆ ਰਹੇ ਨੇ ਉੱਤੇ, ਤਾਹਿਰ ਅਮਜਦ ਸਾਹਿਬ। माशाल्लाह माशाल्लाह। अस्सलाम वालेकुम। वालेकुम अस्सलाम। क्या हाल है सीकर भाई? ठीक ठाक है ठीक अब्दुल्ला भाई, आप सुनाएं ठीक ठाक हैं? जी अल्हम्दुलिल्लाह। जबरदस्त बुझे बुझी आवाज है आज, की खैरियत है? बस थोड़ी देर पहले ही उठे थे। ਜਨਾਬ ਅੱਜ ਕੱਲ ਅਬਦੁੱਲਾ कौन लोग ਤੁਸੀਂ ਹੋਏ? ਪਹਿਲੇ ਪੁੱਛ ਲਿਆ ਕਰੋ ਸਾਰਿਆਂ ਕੋਲੋਂ ਕਿ ਇਹ ਖਾਕਸਾਰ ਨੂੰ ਬੁਲਾਣਾ ਹੈ ਤੇ ਇਹ ਵਾਰਾ ਖਾਂਦਾ ਤੁਹਾਨੂੰ, ਮਤਲਬ ਕੋਈ ਕੀ ਤੁਹਾਡੇ ਵਾਸਤੇ ਰੈੱਡ ਕਾਰਪੇਟ ਵਿਛਾਈਏ? ਉਹ ਨਹੀਂ ਰੈਡ ਕਾਰਪਟ ਦੀ ਹੈਸੀਅਤ ਐਸੀ, और कौन केयर करता है? मतलब वो क्या पिद्दी और क्या पिद्दी का शोरबा।
ਕੀ ਤੁਸੀਂ ਔਰ ਕੀ ਤੁਹਾਡੇ ਰੈੱਡ ਤੁਹਾਡਿਆਂ ਕਾਰਪਟ ਤੋਂ ਪਹਿਲਾਂ ਲੇਕਿਨ ਤਾਹਿਰ ਅਮਜਦ ਸਾਹਿਬ ਜਿਸ ਦਿਨ ਦਾ ਤੁਹਾਡੇ ਚਾਚਾ ਜਾਨ ਨਿਕਲੇ ਨੇ ਨਾ ਇਤਿਹਾਦ ਬੈਨੁਲ ਕਾਫਰੀਨ ਦਾ ਹਿੱਸਾ, ਉਸ ਦਿਨ ਤੋਂ ਬਾਅਦ ਤੁਹਾਡੇ ਉਹ ਵਜ਼ਨ ਨਹੀਂ ਰਿਹਾ, ਗੱਲ ਨਹੀਂ ਰਹੀ ਉਹ। ਸਹੀ ਹੈ। ਪਤਾ ਨਹੀਂ ਹੋਰ ਤੁਹਾਨੂੰ ਕੀ ਸ਼ਾਇਦ ਪਤਾ ਲੱਗੇ, ਪਤਾ ਸ਼ਾਇਦ ਤੁਹਾਨੂੰ ਹੁੰਦਾ ਕੋਈ ਨਹੀਂ, ਐਵੇਂ ਖੱਪ ਪਾ ਦਿੰਦੇ ਹੋ ਤੁਸੀਂ ਬਸ ਸੀਕਰ ਸਾਹਿਬ ਨਾਲ ਹੈ ਤਾਰਫ ਬੜੀ ਚੰਗੀ ਤਰ੍ਹਾਂ ਜਨਾਬ। ਕਰੋ ਉਹਨਾਂ ਨਾਲ ਕੋਈ ਗੱਲਬਾਤ, ਇਹਨਾਂ ਨਾਲ ਸੀਕਰ ਸਾਹਿਬ ਤੁਹਾਡੇ ਮਹਿਮਾਨ ਆਏ ਨੇ। ਮੇਰੇ ਮਹਿਮਾਨ ਆਏ ਨੇ। ਤਾਹਿਰ ਸਾਹਿਬ ਨਾਲ ਬੜੇ ਸਾਡਾ ਮਿਜ਼ਾਜ ਬਣ ਗਿਆ, ਬੇਰੁਖੀਆਂ ਹੋ ਗਈਆਂ ਨੇ ਸਾਡੀਆਂ। ਤਾਲੁਕ ਤੇ ਬੜਾ ਅੱਛਾ ਸੀ, ਲੇਕਿਨ ਪਤਾ ਨਹੀਂ ਕੀ ਹੋਇਆ ਤਾਹਿਰ ਸਾਹਿਬ ਨੂੰ। ਨਹੀਂ ਅੱਛਾ ਪਤਾ ਸਭ ਨੂੰ ਹੁੰਦਾ ਕਿ ਕੀ ਹੋਇਆ ਕੀ ਨਹੀਂ ਹੋਇਆ। ਤਾਹਿਰ ਸਾਹਿਬ ਯਕੀਨ ਕਰੋ ਮੈਨੂੰ ਨਹੀਂ ਪਤਾ। ਭਾਈ ਦੇਖੋ, ਮੈਂ ਹਰ ਇੱਕ ਦੇ ਨਾਲ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ, ਹਮੇਸ਼ਾ ਇਹ ਕਿਹਾ ਹੈ ਕਿ ਬਰਾਬਰੀ ਦੀ ਸਤ੍ਹਾ ਤੇ ਇਕੁਅਲ ਰਾਈਟਸ ਦੇ ਨਾਲ ਵਿਦਆਊਟ ਡਿਸਕ੍ਰਿਮੀਨੇਸ਼ਨ, ਮੈਨੂੰ ਕਿਸੇ ਐਸੇ ਤਲਕ ਦੀ ਕਤਨ ਕੋਈ ਜ਼ਰੂਰਤ ਨਹੀਂ ਜਿੱਥੇ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਉਹਦੇ 51% ਰਾਈਟ ਹੋਣ, ਮੇਰੇ 49% ਹੋਣ, ਜਾਂ ਮੇਰੇ 51 ਹੋਣ ਉਹਦੇ 49 ਹੋਣ। 100% ਬਰਾਬਰੀ ਦੀ ਸਤ੍ਹਾ ਤੇ, ਕੋਈ ਦਬਕੇ ਨਹੀਂ, ਨਾ ਕਿਸੇ ਨੂੰ ਦਬਾ ਕੇ। ਕੋਈ ਵੀ ਇਖਤਲਾਫ ਰਾਏ ਹੋਵੇ ਉਹਦਾ ਭਰਪੂਰ ਇਜ਼ਹਾਰ ਕੀਤਾ ਜਾਣਾ ਚਾਹੀਦਾ ਹੈ। ਔਰ ਜੋ ਲਬੋ ਲਹਿਜਾ ਔਰ ਅਲਫਾਜ਼ ਤੁਸੀਂ ਮੇਰੇ ਲਈ ਇਖਤਿਆਰ ਕਰੋ ਜਾਂ ਮੇਰੇ ਉਹਨਾਂ ਲੋਕਾਂ ਲਈ ਜਿਹੜੇ ਮੇਰੇ ਨੂੰ ਪਿਆਰੇ ਨੇ, ਤੇ ਉਹੀ ਅਲਫਾਜ਼ ਉਹੀ ਲਬੋ ਲਹਿਜਾ ਮੈਂ ਉਹਨਾਂ ਲੋਕਾਂ ਲਈ ਵੀ ਭਰਪੂਰ ਤਰੀਕੇ ਨਾਲ ਬਗੈਰ ਕਿਸੇ ਮਾਜ਼ਰਤ ਦੇ ਇਸਤੇਮਾਲ ਕਰਾਂ ਜਿਹੜੇ ਤੁਹਾਨੂੰ ਪਿਆਰੇ ਨੇ। ਇੰਜ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਤੇਰੀ ਬੇਬੇ ਆਏ ਸੀ ਤੇ ਮੇਰੀ ਵਾਲਦਾ ਸਾਹਿਬਾ ਦੇ ਨਾਲ ਮਿਲ ਕੇ ਤੇ ਕਹਿ ਰਹੇ ਨਹੀਂ। ਜੇ ਮੇਰੀ ਮਾਂ ਨੂੰ ਬੇਬੇ ਕਹਿਣਾ ਨਾ ਤੇ ਆਪਣੀ ਮਾਂ ਨੂੰ ਵੀ ਬੇਬੇ ਕਹਿਣਾ ਪਏਗਾ। ਇਹ ਤੁਹਾਨੂੰ ਕਿੰਨੇ ਇਹੋ ਜਿਹੇ ਅਲਫਾਜ਼ ਇਸਤੇਮਾਲ ਕੀਤੇ ਨੇ, ਮੈਨੂੰ ਤੇ ਯਾਦ। लेकिन ताहिर अमजद साहब ਤੁਹਾਨੂੰ ਸਿਰਫ ਔਰ ਸਿਰਫ ਇੱਕ ਰੱਬੜ ਅਜ਼ੀਜ਼ ਹੈ, ਹੋਰ ਕੋਈ ਸ਼ਾਇਦ ਤੁਹਾਨੂੰ ਅਜ਼ੀਜ਼ ਨਹੀਂ। ਕਿਹੜੀ ਰੱਬੜ? बहरहाल जी, ताहिर अमजद साहब आपने जो बात की है मैं उसको बड़े अच्छे से सुना है, लेकिन मुझे तो बस इतना ही याद पड़ता है इस चपकलिश में कि आपने आते एक दिन अब्यूजेस प्रॉपर जो है वो हल किए, तो मैं तो उस दिन हक्का बक्का रह गया हूँ कि ताहिर अमजद साहब को क्या प्रॉपर। उस दिन से बस फिर जो है फिर मामला जो है ख़राब हो गया। बाकी अल्लाह खैर करे जी, इख्तलाफ राय तो चलता रहता है। यार एक दौर हुआ करता था, उसमें ताहिर अमजद साहब बड़ी अच्छी गुफ्तगू फरमाते थे। पता नहीं कोई कुछ अरसे से ये इनको कुछ हो गया है। नहीं, मुझे नहीं कुछ हो गया, बस सीधी सी बात है। हमारी रस्म वफा यही है, वफा करोगे वफा करेंगे। हम आदमी हैं तुम्हारे जैसे, जो तुम करोगे सो हम करेंगे। मतलब ਤੁਹਾਡੀ ख्वाहिश ਹੁੰਦੀ ਹੈ ਕਿ ਸਾਨੂੰ ਇਜਾਜ਼ਤ ਹੋਵੇ ਕਿ ਤੁਸੀਂ ਮੇਰੇ ਅਕਾਬਰੀਨ ਨੂੰ, ਤੁਸੀਂ ਮੇਰੇ ਵਾਲਦੈਨ ਨੂੰ, ਤੁਸੀਂ ਮੇਰੇ ਉੱਤੇ ਚੜ੍ਹਾਈ ਕਰ ਦਿਓ ਔਰ ਵਾਪਸੀ ਤੇ ਮੇਰੀ ਜ਼ੁਬਾਨ ਬੰਦੀ ਵੀ ਹੋਵੇ ਔਰ ਮੈਂ ਤੁਹਾਡੇ ਕੋਲ ਅਲਫਾਜ਼ ਲੈ ਲਵਾਂ, ਅਪਰੂਵ ਕਰਾਵਾਂ ਕਿ ਕੈਨ ਆਈ ਸੇ ਦੈਟ ਪਲੀਜ਼, ਕੈਨ ਆਈ ਡੂ ਦੈਟ ਪਲੀਜ਼। ਉਹ ਭਾਈ ਮੈਂ ਖੁਦ ਮੁਖਤਾਰ ਹਾਂ, ਮੈਂ ਆਜ਼ਾਦ ਹਾਂ ਔਰ ਮੈਂ ਆਜ਼ਾਦ ਮੁਲਕ ਦਾ ਆਜ਼ਾਦ ਸ਼ਹਿਰੀ ਹਾਂ। ਮੇਰੀ ਜ਼ੁਬਾਨ, ਮੇਰਾ ਕਲਮ ਕਿਸੇ ਦੇ ਕੋਲ ਵੀ ਗਿਰਵੀ ਨਹੀਂ ਹੈਗਾ, ਨਾ ਹੀ ਉਹਨੂੰ ਮੈਂ ਰੱਖਣਾ ਚਾਹੁੰਦਾ। ਇਹਦੀ ਭਾਰੀ ਕੀਮਤ ਅਦਾ ਕੀਤੀ ਵੀ ਹੈ ਔਰ ਕਰਨ ਲਈ ਤਿਆਰ ਵੀ ਰਹਿੰਦੇ ਹਾਂ ਕਿ ਆਪਣੀ ਆਵਾਜ਼ ਜਿਹੜਾ ਮਾਫੀ ਜ਼ਮੀਰ ਹੈ, I do say what I mean and I mean what I say. That is the difference. I don't take dictation from anybody in this world. And I have no intention of taking any dictation. और मैं जिस तरह कह, मेरा कलम और मेरी ज़ुबान जड़ी है ना किसी को गिरवी है ना इंशाअल्लाह ताला होएगी। इंज दी फीलिंगां आ रही ने यूएन दे इजलास च बैठे हुए हैं। ਤਾਹਿਰ ਅਮਜਦ ਸਾਹਿਬ आपको ऐसा क्यों लगता है ਅਜੀਬ ਲੱਗਦਾ ਹੋਣਾ ਨਾ ਕਿ ਇਹ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਬਹਿ ਕੇ ਕੋਈ ਬੰਦਾ ਕਿਵੇਂ ਕਰ ਰਿਹਾ, ਤੁਹਾਨੂੰ ਉਮੀਦ ਵੀ ਨਹੀਂ ਹੁੰਦੀ ਨਾ, ਤੇ ਤੁਹਾਡੇ ਹੁਣ ਕੀ ਕੀਤਾ ਜਾਏ, ਵੱਡੇ ਹੋ ਜਾਓ ਸ਼ਾਇਦ ਠੀਕ ਹੋ ਜਾਓ। ਤਾਹਿਰ ਸਾਹਿਬ, ਅਗਰ ਪ੍ਰੀਵੀਅਸ ਰਿਕਾਰਡ ਤੁਹਾਡਾ ਵੇਖਿਆ ਜਾਏ ਨਾ, ਮੈਂ ਦੇਖਿਆ ਤੁਹਾਨੂੰ ਕਈ ਬਰਾਡਾਂ ਦੇ ਜਿਹੜੇ ਹੁਣ ਤੁਸੀਂ ਅਲਫਾਜ਼ ਕਹਿ ਰਹੇ ਹੋ ਨਾ, ਇਹ ਅਲਫਾਜ਼ ਮੈਚ ਨਹੀਂ ਖਾਂਦੇ ਹੈਗੇ। ਤੁਹਾਡਾ ਰਿਕਾਰਡ ਤੁਹਾਡੇ ਅਲਫਾਜ਼ਾਂ ਨਾਲ ਮੈਚ ਨਹੀਂ ਖਾਂਦਾ। ਇਹ ਤੁਹਾਡੀ ਆਪਣੀ ਜ਼ਿਹਨ ਹੈ, ਆਪਣੀ ਤੁਹਾਡੀ ਜ਼ਿਹਨੀ ਸਾਖਤ ਹੈ, ਆਪਣਾ ਤੁਹਾਡਾ ਨਤੀਜੇ ਅਖਜ਼ ਕਰਨ ਦਾ ਸਲਾਹੀਤਾਂ ਨੇ, ਉਹ ਸਭ ਕੁਛ ਹੈ। ਮੈਂ ਕੀ ਕਹਿ ਸਕਦਾ, ਤੁਸੀਂ ਪੱਟ ਰੱਖੋ ਜਨਾਬ। ਤੁਸੀਂ ਅਗਰ ਇਹੀ ਤੁਹਾਡੀ ਸੋਚ ਹੈ
ਤੇ ਠੀਕ ਸੋਚ ਨਹੀਂ ਤਾਰ ਸਾਹਿਬ, ਗੱਲ ਇਹ ਵੇ ਕਿ ਹੁਣ ਸ਼ਾਇਦ ਤੁਸੀਂ ਚੇਂਜ ਹੋ ਗਏ ਹੋ, ਲੇਕਿਨ ਪਹਿਲੇ ਤੁਸੀਂ ਡਿਕਟੇਟ ਵੀ ਕਰਦੇ ਸੋ, ਤੁਸੀਂ ਫੋਰਸ ਵੀ ਕਰਦੇ ਸੋ, ਤੁਸੀਂ ਕਿਸੇ ਦੀ ਇਖਤਲਾਫੇ ਰਾਏ ਨੂੰ ਤੁਸੀਂ ਉਹਦੀ ਇਖਤਲਾਫੇ ਰਾਏ ਵੀ ਨਹੀਂ ਸੀ ਮੰਨਦੇ, ਤੁਸੀਂ ਕਹਿੰਦੇ ਕਿ ਨਹੀਂ ਜੋ ਹੁਣ ਇੱਥੇ ਮਤਲਬ ਗੱਲ ਹੋਣੀ ਹੈ ਨਾ ਕਿ ਮੈਂ ਜਦੋਂ ਤੁਹਾਡੇ ਕੋਲ ਪੁੱਛਣਾ ਹੈ ਕਿ ਕੋਈ ਮਿਸਾਲ ਦਿਓ, ਕੋਈ ਕੰਕਰੀਟ ਕੋਈ ਐਵੀਡੈਂਸ ਦਿਓ, ਤੇ ਉਹ ਦਰਅਸਲ ਤੁਹਾਡੇ ਕੋਲ ਹੋਣਾ ਨਹੀਂ, ਰਾਈਟ। ਉਹਦੀ ਵਜ੍ਹਾ ਹੈ ਕਿ ਕਿਉਂ ਨਹੀਂ ਹੋਣਾ, ਕਿ ਇਸ ਤਰ੍ਹਾਂ ਅਮਰੇ ਵਾਕਿਆ ਨਹੀਂ ਹੈਗਾ। ਇਹ ਤੁਹਾਡੀ ਖਾਹਿਸ਼ ਹੋ ਸਕਦੀ ਹੈ, ਤੁਹਾਡੇ ਤਾਸੁਰਾਤ ਜਾਂ ਤੁਹਾਡੇ ਤਾਸੁਬਾਤ ਹੋ ਸਕਦੇ ਨੇ, ਹਕੀਕਤ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ। ਮੈਂ ਜਾਣਨਾ ਪ੍ਰੋਪੇਗੈਂਡਾ ਕੀਤਾ ਜਾਂਦਾ, ਮੈਂ ਬੜਾ ਬਦਜ਼ੁਬਾਨ ਹਾਂ, ਗਾਲੀਬਾਜ਼ ਹਾਂ, ਮੈਂ ਅੰਬਿਆ ਦੀ ਤੋਹੀਨ ਕਰਦਾ ਵਾਂ, ਮੈਂ ਫਲਾਣੇ ਦੀ ਤੋਹੀਨ ਕਰਦਾ ਵਾਂ। ਤੇ ਜਦੋਂ ਬੜੇ ਆਰਾਮ ਨਾਲ ਪੁੱਛਿਆ ਜਾਏ, ਯਾਰ ਮੈਨੂੰ ਦੱਸੋ ਸੀ ਕਦੋਂ ਕੀਤੀ, ਕਿੱਥੇ ਕੀਤੀ, ਕਿਸ ਮੌਕੇ ਤੇ ਕੀਤੀ, ਸਾਰੇ ਇੱਕ ਦੂਜੇ ਦਾ ਮੂੰਹ ਤੇ ਦੇਖਦੇ ਨੇ, ਲੇਕਿਨ ਅਲਹਮਦੁਲਿਲਾ ਕੋਈ ਸਬੂਤ ਜਾਂ ਕੋਈ ਇਹਦਾ ਕੰਕਰੀਟ ਨਹੀਂ ਗੱਲ ਕਰ ਸਕਦੇ। ਹਾਂ ਮੈਂ ਗੱਲ ਐਸੀ ਕਰਦਾ ਜਿਹੜੇ ਮੇਰੇ ਦੁਸ਼ਮਣਾਂ ਦਾ ਦਲਾਇਲ ਦੇ ਨਾਲ ਮੂੰਹ ਤੋੜ ਕੇ ਰੱਖਦੇ, ਔਰ ਜਿਹੜਾ ਮੈਨੂੰ ਕਟਹਿਰੇ 'ਚ ਖੜਾ ਕਰਨਾ ਆਉਂਦਾ, ਮੈਂ ਉਹਦੇ ਇੰਤਹਾਈ ਮੁਹਤਾਤ ਅਲਫਾਜ਼ ਨਾਲ, ਔਰ ਜਿੰਨੀ ਮੈਂ ਇhtiyat ਕਰਨਾ ਅਲਫਾਜ਼ ਦੇ ਚੁਣਾਵ ਦੇ ਵਿੱਚ, ਇਹ ਸ਼ਾਇਦ ਕਿਸੇ ਦੇ ਨਸੀਬ 'ਚ ਵੀ ਨਾ ਹੋਵੇ, ਲੇਕਿਨ ਮੈਂ ਕਟਹਿਰੇ 'ਚ ਖੜਾ ਹੋਣਾ ਮੈਨੂੰ ਮਨਜ਼ੂਰ ਨਹੀਂ ਹੈਗਾ। ਇਹ ਜਿਹੜਾ ਸ਼ਰਤ ਕੀ ਤਾਰ ਸਾਹਿਬ, ਸ਼ਰਤ ਹੈ ਕਿ ਕਲਿਆਂ ਕਰਕੇ ਆਮਨੇ ਉਹ ਯਾਰ ਅਗਰ ਗਿੱਦੜ ਹੋ ਤੇ ਫਿਰ ਇਕੱਠੇ ਹਜੂਮ ਬਣਾ ਕੇ ਆ ਜਾਓ। ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਕੋਲ ਦਲਾਇਲ ਹੈ ਨੇ ਤੇ ਮੁਹੱਜ਼ਬ ਤਰੀਕਾ ਤਾਂ ਇਹੀ ਹੁੰਦਾ ਕਿ ਇਕੱਲੇ ਆ ਜਾਓ। ਅੱਛਾ ਤਾਹਿਰ ਅਮਜਦ ਸਾਹਿਬ, ਐਸਾ ਕਿਉਂ ਮਤਲਬ ਕਿ ਜਦੋਂ ਕੋਈ ਮੁਸਲਮਾਨ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸੁਨਨਤ ਮੁਬਾਰਕਾ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੇ ਹੋ, ਕੁੱਤਾ ਤੇ ਖਾਰਿਸ਼ ਜ਼ਦਾ ਫਲਾਣਾ, ਇਹ ਇਸ ਤਰ੍ਹਾਂ ਦੇ ਇਲਕਾਬਾਤ ਦੇਣਾ ਸ਼ੁਰੂ ਕਰ ਦਿੰਦੇ ਹੋ। ਤੁਹਾਡੇ ਨਾਲ ਗਿਲਾ ਸ਼ਿਕਵਾ ਸਿਰਫ ਇਸ ਗੱਲ ਤੇ ਹੈ ਕਿ ਜਿਹੜਾ ਬੰਦਾ ਤੁਹਾਨੂੰ ਗਾਲ ਕੱਢੇ ਜਾਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲਫ਼ਜ਼ ਇਸਤੇਮਾਲ ਕਰੇ, ਬਿਲਕੁਲ ਸਹੀ ਹੈ, ਤੁਸੀਂ ਰਿਬਟਲ ਦਿਓ ਜਿਸ ਤਰ੍ਹਾਂ ਤੁਸੀਂ ਚਾਹੋ ਉਸ ਤਰ੍ਹਾਂ ਦਿਓ। ਲੇਕਿਨ ਜਿਹੜਾ ਬੰਦਾ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸੁਨਨਤ ਮੁਬਾਰਕਾ ਤੇ ਅਮਲ ਕਰਦੇ, ਸਹਾਬਾਏ ਕਰਾਮ ਦੇ ਅਮਲ ਸੁਨਨਤ ਦੇ ਉੱਤੇ ਅਮਲ ਕਰਦੇ ਆ, ਅਗਰ ਕੋਈ ਬੰਦਾ ਗੱਲ ਕਰਦਾ ਜਾਂ ਕੋਈ ਅਮਲ ਕਰਦਾ, ਤੁਸੀਂ ਉਹਨੂੰ ਨਾਲ ਹੀ ਇੱਕ ਮਿੰਟ ਲਾਉਂਦੇ ਹੋ ਇਤਹਾਦੇ ਬੈਨੁਲ ਕਾਫਰੀਨ ਦੇ ਖਾਰਿਸ਼ ਜ਼ਦਾ ਕੁੱਤੇ ਤੇ ਫਲਾਣਾ, ਇਸ ਤਰ੍ਹਾਂ ਦੇ ਇਲਕਾਬਾਤ ਨਾਲ ਵਾਜ਼ਨਾ ਇਹ ਤੁਹਾਨੂੰ ਜ਼ੇਬ ਨਹੀਂ ਦਿੰਦਾ ਨਾ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਸੁਨਨਤ ਅਦਾ ਕਰਨ ਵਾਲੇ ਬੰਦੇ ਨੇ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ। ਠੀਕ ਹੋਈ ਗੱਲ ਮੁਕੰਮਲ। ਹੁਣ ਇਹ ਤਾਸੁਰ ਦੇਣਾ, ਜਦੋਂ ਬੰਦਾ ਕੋਈ ਬਿਆਨ ਕਰਦਾ ਨਾ, ਕੋਈ ਸਟੇਟਮੈਂਟ ਦਿੰਦਾ ਹੈ, ਤੇ ਉਹ ਸਮਝਦਾ ਕਿ ਸ਼ਾਇਦ ਇਹੀ ਹਕੀਕਤ ਹੋਵੇ। ਮਸਲਨ ਤੁਸੀਂ ਮੇਰੇ ਤੇ ਇਸ ਵੇਲੇ ਬੋਹਤਾਨ ਲਗਾ ਰਹੇ ਹੋ ਕਿ ਮੈਂ ਕਿਸੇ ਨੂੰ ਗਾਲਾਂ ਕੱਢਦਾ। ਹੁਣ ਜ਼ਰਾ ਇੱਕ ਮਿੰਟ ਜ਼ਰਾ ਗੌਰ ਨਾਲ ਸੁਣਨਾ ਔਰ ਸਮਝਣ ਦੀ ਕੋਸ਼ਿਸ਼ ਕਰਨਾ। ਔਰ ਮੈਂ ਸਮਝਣਾ ਵਾਂ کہ ہر مضمون ہر ایک دے سمجھ نہیں آتا۔ مثلا میرا یہ جملہ ہے کہ میں کلمہ گو احمدی مسلمانوں کو صبر و تحمل سے کام لینے کی درخواست کرتا ہوں، ٹھیک ہے؟ اچھا ایدے وچ کیڑا جملہ قابل اعتراض ہے تے نہیں؟ اور یاد رہے کہ اگلا جملہ اتحاد بین الکافرین کے خارش زدہ کتوں کی ہر بھونک کا جواب دینا ضروری نہیں بلکہ مضر ہے۔ اچھا ایدے وچ کنوں میں گال کڈی ہے؟ اپنے آپ اچھا اے تہاڈی انٹیلیجنس اے تہاڈا کی انٹلیکچوئل لیول ہے۔ دیکھو جی کتا تسی اپنے آپ نہیں کہہ رہے ہو نا، خارج زدہ کتا اپنے آپ نو کہو گے تو سانوں تے برا لگے گا۔ نہیں اے طاہر صاحب تہاڈی کیڑی مثال بنਦੀ ਹੁਣ ਚਾਰ ਬੰਦੇ ਮਹਿਫਲ ਦੇ ਵਿੱਚ ਬੈਠੇ ਨੇ ਤੇ ਮੈਂ ਕਹਾਂਗਾ ਯਾਰ ਮੈਨੂੰ ਛੱਡ ਕੇ ਬਾਕੀ ਕੁੱਤੇ ਹੀ ਨੇ ਤੇ ਅਗਲੇ ਬੰਦੇ ਕੀ ਕਰੇਗਾ? ਮੈਂ ਕਹਾਂਗਾ ਕਿ ਨਹੀਂ ਯਾਰ ਮੈਂ ਤੁਹਾਨੂੰ ਗਾਲ ਨਹੀਂ ਕੱਢੀ ਹੈਗੀ, ਮੈਂ ਤੁਹਾਨੂੰ ਨਹੀਂ ਗਾਲ ਕੱਢੀ, لیکن میں ایک منٹ عمر بھائی اچھا ایک ایک کر کے نا یوسفی صاحب تسی ہو شعیب صاحب ایک ایک بندہ کیونکہ شور دے اگر تے ایٹ ورڈ تسی تین تین چار چار بولو گے وہ شور ایک کر کے اسی نہیں آنا، ایک ایک کر کے تسی تگڑے ہو ساڈے نال، اسی تین چار چار ہو کے آواں۔ اور میں تانوں اے یقین نہیں تگڑے والی گل نہیں ਹੈਗੀ، ਗੱਲ ਇਹ کہ ਗੱਲ ہو رہی ہے۔ اچھا ایک ایک منٹ میں ماڑا صحیح میں اگلے دا حوصلہ بھی تے ودھان دیا کرو یار، کی کرتے؟ اچھا مینوں کوئی حوصلے دی لوڑ نہیں، میں 10,000 دے مجمع نوں بھی خطاب کیتا ہے، تقریر کیتی ہے، نہ کدی نوٹس بنا کے گیا۔ سارے کناں تو ڈورے ہی ہونے ہیں طاہر صاحب۔ ہاں بالکل وہ تو ظاہر ہے، ٹھیک ہے۔
ਉਹ ਤਾਂ ਨਹੀਂ ਫਿਰ ਜ਼ਾਹਿਰ ਇਹ ਤੇ ਉਹ ਤਾਂ ਇਹ ਤੇ ਕੋਈ ਗੱਲ ਵੀ ਨਾ ਹੋਈ ਕਿ ਤੁਸੀਂ ਆਪਣੀਆਂ ਤਹਿਰੀਰਾਂ ਦੇ ਤੁਹਾਡੇ ਰਿਕਾਰਡਿੰਗਾਂ ਵਿੱਚ ਵੀ ਤੁਹਾਡੇ ਕਮੈਂਟ ਆਉਂਦੇ ਹੋਣੇ ਨੇ ਤੇ ਹਲੇ ਵੀ ਤੁਹਾਡੀਆਂ ਤਹਿਰੀਰਾਂ ਮੌਜੂਦ ਹੋਣੀਆਂ ਜਿਹੜੀਆਂ ਜੀ ਤੁਸੀਂ ਤਹਿਰੀਰਾਂ ਕਰਦੇ ਰਹੇ ਹੋ ਕਮੈਂਟਾਂ ਦੇ ਵਿੱਚ ਤੇ ਖੁਦ ਤਹਿਰੀਰ ਕਰਕੇ ਹੁਣ ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਤੇ ਕਦੀ ਐਸੀ ਗੱਲ ਹੀ ਨਹੀਂ ਕੀਤੀ। ਹੁਣ ਮਤਲਬ ਗੱਲ ਠੀਕ ਹੈ, ਕਰਨ ਦਿਓ, ਗੱਲ ਕਰਨ ਦਿਓ। ਹੁਣ ਗੱਲ ਸੁਣੋ, ਮੈਂ ਅਗਰ ਇਹ ਕਹਿਣਾ ਹੁਣ ਤੁਹਾਡੇ ਚੋਂ ਕਿਹੜਾ ਇੱਕ ਨੁਮਾਇੰਦਾ ਚੁਣ ਲਓ ਨਾ ਤਿੰਨਾਂ ਦੇ ਵਿੱਚੋਂ ਤਾਂ ਕਿ ਇੱਕ ਡਾਇਲਾਗ ਹੋ ਸਕੇ। ਮਤਲਬ ਰਾਜਾ ਸਾਹਿਬ ਤੁਸੀਂ ਹੋ, ਸੁਹੈਬ ਸਾਹਿਬ ਨਹੀਂ ਆਮਿਰ ਨਜ਼ੀਰ ਸਾਹਿਬ ਨੇ, ਕੌਣ? ਆਮਿਰ ਨਜ਼ੀਰ ਸਾਹਿਬ। ਠੀਕ, ਉਹ ਕਿਆ ਹੈ ਰਹੇ ਇੱਥੇ ਮੌਜੂਦ ਨੇ? ਭੱਜ ਕੇ ਬੁਲਾ ਲਓ। ਮਨਜ਼ੂਰ ਹੈ ਤਾਹਿਰ ਸਾਹਿਬ ਗੱਲ ਇਹ ਵੇ ਕਿ ਤੁਹਾਡਾ ਗੱਲ ਮਨਜ਼ੂਰ ਹੈ ਉਹਨਾਂ ਨਾਲ ਗੱਲ ਕਰਨੀ ਤਾਹਿਰ ਸਾਹਿਬ? ਅੱਛਾ ਗੱਲ ਯਾਰ ਮੈਂ ਅਸੀਂ ਤੁਹਾਡੇ ਨਾਲ ਗੱਲ 1 ਬਾਈ 1 ਨਹੀਂ ਕਰਾਂਗੇ, ਸਾਰੇ ਨਹੀਂ ਤੁਹਾਡੇ ਨਾਲ ਇੱਕ ਦਫਾ ਕਰਦੇ। ਨਹੀਂ ਮੈਂ ਵੈਸੇ ਪੁੱਛ ਰਿਹਾ ਕਿ ਆਮਿਰ ਨਜ਼ੀਰ ਭਾਈ, ਆਮਿਰ ਨਜ਼ੀਰ ਭਾਈ ਨਾਲ ਗੱਲ ਕਰਨੀ ਹੈ ਤਾਹਿਰ ਸਾਹਿਬ ਤੁਸੀਂ? ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਮੈਨੂੰ ਕੋਈ ਕਿਸੇ ਨਾਲ ਵੀ ਕੋਈ ਨਹੀਂ ਤੁਸੀਂ ਆਪ ਪੁੱਛਿਆ ਕਿ ਤੁਹਾਡੀ ਤਰਫੋਂ ਕੌਣ ਗੱਲ ਕਰੇਗਾ, ਮੈਂ ਕਹਤਾ ਜੀ ਆਮਿਰ ਨਜ਼ੀਰ ਭਾਈ। ਉਹ ਯਾਰ ਇਸ ਵੇਲੇ ਤੁਸੀਂ ਤਿੰਨ ਜਣੇ ਬੈਠੇ ਹੋ ਨਾ, ਸਾਰੇ ਬੋਲੀ ਜਾ ਰਹੇ ਹੋ, ਇੱਕ ਇੱਕ ਗੱਲ ਕਰ ਚਲੋ ਯੂਸਫੀ ਨਾ ਕਰ ਲਓ, ਯੂਸਫੀ। ਚਲੋ ਠੀਕ। ਯੂਸਫੀ ਸਾਹਿਬ ਤੁਸੀਂ ਗੱਲ ਕਰਨਾ ਚਾਹੁੰਦੇ ਹੋ? ਯੂਸਫੀ ਸਾਹਿਬ ਮੇਰੇ ਹਾਲ ਇੱਥੇ ਆਏ ਨੇ। ਰਾਜੇ ਕਾਲ ਆ ਰਹੀ, ਮੈਨੂੰ ਕਾਲ ਆ ਗਈ। ਅੱਛਾ, ਮੈਂ ਤੁਹਾਨੂੰ ਇੱਕ ਚੀਜ਼ ਦੀ ਗਰੰਟੀ ਦੇਣਾ ਕਿ ਮੇਰੇ ਮੂੰਹ ਤੋਂ ਇਨਸ਼ਾਅੱਲਾ ਤਾਲਾ ਅੰਬਿਆ ਤੇ ਹੋਰ ਰਹਿ ਇੱਕ ਥਾਂ ਤੇ ਔਲੀਆ ਤੇ ਇੱਕ ਰਹਿ, ਮਿਰਜ਼ਾ ਸਾਹਿਬ ਦੇ ਸ਼ਦੀਦ ਤਰੀਨ ਮੁਖਾਲਫਾਂ ਦੇ ਬਾਰੇ ਚ ਵੀ, ਕਿਸੇ ਮੁਖਾਲਫ ਦੇ ਬਾਰੇ ਚ ਵੀ ਕੋਈ ਘਟੀਆ ਗੱਲ ਮੇਰੇ ਵੱਲੋਂ ਨਹੀਂ ਸੁਣੋਗੇ ਤੁਸੀਂ। ਔਰ ਇੱਕ ਹੋਰ ਵੀ ਦਾਵਾ ਮਜ਼ੇ ਦੀ ਗੱਲ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਕਈ ਸਾਲ ਹੋ ਗਏ ਨੇ, 15 ਸਾਲ ਹੋ ਗਏ ਨੇ ਗਾਲਬਨ, ਕਿਸੇ ਇੱਕ ਗਰੁੱਪ ਦੇ ਵਿੱਚ ਵੀ ਕਿਸੇ ਵਕਤ ਵੀ ਆਪਣੇ ਸ਼ਦੀਦ ਤਰੀਨ ਮੁਖਾਲਫ ਦੇ ਲਈ ਵੀ ਅਗਰ ਕੋਈ ਗਾਲ ਹੈ ਔਰ ਸੋਚ ਸਮਝ ਕੇ ਆਣਾ ਪ੍ਰੂਫ ਦੇ ਨਾਲ ਮੈਨੂੰ ਦੱਸੋ, ਔਰ ਮੈਂ ਪੇਸ਼ਗੀ ਸਭ ਦੇ ਸਾਹਮਣੇ ਮਾਫੀ ਮੰਗਾ। ਔਰ ਮੇਰਾ ਜਿਹੜਾ ਮਿਆਰ ਹੈ ਗੁਫ਼ਤਗੂ ਦਾ, ਉਹਦੇ ਉੱਤੇ ਮੇਰੇ ਮੁਖਾਲਫ ਜਿਹੜੇ ਨੇ ਕੋਈ ਇੱਕ ਜਿਹੜਾ ਮਰਜ਼ੀ ਇੱਕ ਇੱਕ ਕਰਕੇ ਆ ਜਾਏ, ਅਸੀਂ ਹਕੀਕਤ ਤੇ ਮਬਨੀ ਜਾਇਜ਼ਾ ਲੈ ਲੈਂਦੇ ਹਾਂ। ਅਲਹਮਦੁਲਿਲਾ ਮੈਨੂੰ ਆਪਣੀ ਤਰਬੀਅਤ ਦੇ ਉੱਤੇ ਇਤਮਾਦ ਹੈ ਔਰ ਆਪਣੇ ਅਲਫਾਜ਼ ਦੇ ਉੱਤੇ ਏਤਬਾਰ ਹੈ ਕਿ ਗੁੱਸੇ ਦੀ ਹਾਲਤ ਦੇ ਵਿੱਚ ਵੀ, ਰੱਦ ਅਮਲ ਦੇ ਵੀ ਤੌਰ ਤੇ ਮੇਰੇ ਮੂੰਹ ਤੋਂ ਐਸੇ ਅਲਫਾਜ਼ ਨਹੀਂ ਨਿਕਲੇ ਹੋਣਗੇ ਜਿਹਦੇ ਤੇ ਮੈਨੂੰ ਸ਼ਰਮਿੰਦਗੀ ਉਠਾਣੀ ਪਵੇ। ਅੱਛਾ ਹੁਣ ਗੱਲ ਸੁਣੋ, ਕੌਣ ਗੱਲ, ਯੂਸਫੀ ਸਾਹਿਬ ਆ ਗਏ ਨੇ ਕਿ ਨਹੀਂ? ਜੀ ਜੀ। ਅੱਛਾ ਯੂਸਫੀ ਸਾਹਿਬ, ਤੁਹਾਡੀ ਤੇ ਮੇਰਾ ਅਸੀਂ ਇੱਕ ਮੁਕਾਲਮਾ ਕਰਦੇ ਹਾਂ, ਰਾਈਟ? ਮੈਂ ਤੁਹਾਨੂੰ ਇਹ ਕਹਿਣਾ ਕਿ ਇਤਿਹਾਦ ਬੈਨੁਲ ਕਾਫਰੀਨ ਦੇ ਇਹਦੇ ਵਿੱਚ ਮੈਂ ਕਿਹਨੂੰ ਮੁਖਾਤਬ ਕਰ ਰਿਹਾ? ਗੱਲ ਕੰਪਲੀਟ ਕਰ ਲਵੋ। ਹਾਂ ਅੱਛਾ, ਮੈਂ ਇਹੀ ਕਹਿ ਰਿਹਾ ਕਿ ਮੇਰੀ ਗੱਲ ਦੇ ਉੱਤੇ ਮਤਲਬ ਇਹ ਜਿਹੜਾ ਇਤਰਾਜ਼ ਕੀਤਾ ਗਿਆ ਹੈ ਮੇਰੇ ਤਹਿਰੀਰ ਦੇ ਉੱਤੇ ਜਾਂ ਮੇਰੀ ਤਕਰੀਰ ਦੇ ਉੱਤੇ ਜਾਂ ਮੇਰੇ ਜੁਮਲੇ ਦੇ ਉੱਤੇ ਕਿ ਮੈਂ ਇੰਤਹਾਈ ਬਦਤਮੀਜ਼, ਬਦਤਹਿਜ਼ੀਬ ਔਰ ਗੁਸਤਾਖ ਬੰਦਾ ਵਾਂ, ਔਰ ਪੀਰ ਅਸਕਾਨੀ ਸਾਹਿਬ ਨੇ ਵੀ ਅਜ਼ਰਾ ਸ਼ਫਕਤ ਜਿਹੜਾ ਹੈ ਉਹ ਉਸ ਕੈਟੇਗਰੀ 'ਚ ਮੈਨੂੰ ਲਿਆ ਕੇ ਤੇ ਕਮੈਂਟਸ ਵੀ ਕੀਤੇ ਨੇ, ਤੇ ਮੈਂ ਅਸੀਂ ਜਾਇਜ਼ਾ ਲੈ ਲੈਣਾ ਠੰਡੇ ਦਿਲ ਨਾਲ ਕਿ ਮੈਂ ਜਿਹੜੀ ਗੁਸਤਾਖੀ ਕੀਤੀ ਹੈ ਉਹਦਾ ਜਿਹੜੀ ਨੁਮਾਇੰਦਾ ਚੀਜ਼ ਆਈ ਹੈ ਉਹ ਇਹ ਆਈ ਹੈ ਕਿ ਜਦ ਮੈਂ ਇਹ ਲਿਖਦਾ ਵਾਂ کہ کلمہ گو احمدی مسلمان بھائیوں سے صبر و تحمل سے کام لینے کی درخواست ہے۔ ਇਹਦੇ ਵਿੱਚ ਤੁਹਾਨੂੰ ਇਤਰਾਜ਼ ਆਉਂਦਾ ਕਿ ਨਹੀਂ ਲੈਣੀ ਚਾਹੀਦੀ ਸਬਰ و ਤਹਮਲ ਨਾਲ ਕੰਮ ਨਹੀਂ ਕਰਨਾ ਚਾਹੀਦਾ? ਇਹਦੇ ਵਿੱਚ ਕਿਹੜੀ ਚੀਜ਼, ਕਿਹੜਾ ਜੁਮਲਾ, ਕਿਹੜਾ ਲਫ਼ਜ਼ ਹੈ ਜਿਹੜਾ ਤੁਹਾਨੂੰ ਕਾਬਲ ਇਤਰਾਜ਼ ਹੋਵੇ ਮੇਰੇ ਇਸ ਜੁਮਲੇ ਦੇ ਉੱਤੇ? ਮੈਨੂੰ ਦੱਸ ਦਿਓ ਨਾ, ਮੈਂ ਫਿਰ ਦੁਹਰਾ ਦੇਣਾ। کلمہ گو احمدی مسلمان بھائیوں سے صبر و تحمل سے کام لینے کی درخواست ہے۔ ਇਹਦੇ ਵਿੱਚ ਕੋਈ ਜੁਮਲਾ, ਕੋਈ ਲਫ਼ਜ਼ ਕਾਬਲ ਇਤਰਾਜ਼ ਹੈ ਤੁਹਾਨੂੰ? ਜੀ ਯੂਸਫੀ ਸਾਹਿਬ ਦੱਸੋ। ਤੁਸੀਂ ਕਰ ਲਓ, ਕੰਪਲੀਟ ਗੱਲ ਕਰ ਲਓ, ਮੈਨੂੰ ਇਤਰਾਜ਼ ਹੋਏਗਾ ਮੈਂ ਜ਼ਰੂਰ ਬੋਲ ਕੇ ਕਹਾਂਗਾ ਇਹਦੇ ਤੇ ਇਤਰਾਜ਼। ਮਤਲਬ ਅਸੀਂ ਡਾਇਲਾਗ ਕਰ ਰਹੇ ਹਾਂ ਨਾ, ਮੈਂ ਤਾਂ ਕਿ ਸਮਝਣਾ ਚਾਹਨਾ ਕਿ ਕਿੱਥੇ ਆ ਕੇ ਹਟ ਕੋਈ ਇਹਦੇ 'ਚ ਕੋਈ ਇਤਰਾਜ਼ ਨਹੀਂ, ਕੋਈ ਇਤਰਾਜ਼ نہیں، ٹھیک۔ صبر کرنا چاہیے۔ اور دوسرا جملہ ہے اتحاد بین الکافرین کے خارج زدہ کتوں کی ہر بھونک کا جواب دینا ضروری نہیں بلکہ مضر ہے۔ ਇਹਦੇ ਵਿੱਚ ਤੁਸੀਂ ਅਸੂਲੀ ਤੌਰ ਤੇ ਕੀ ਸਮਝਦੇ ਹੋ ਕਿ ਇਤਿਹਾਦ ਬੈਨ الکافرین ਅਗਰ ਮੁਤਹਿਦ ਆ ਜਾਣ ਔਰ ਉਹਨਾਂ ਦੇ ਖਾਰਿਜ ਜ਼ਦਾ ਕੁੱਤੇ ਹੋਣ
ਔਰ ਭੌਂਕ ਰਹੇ ਹੋਣ, ਕਿਆ ਕਿਸੇ ਮੋਮਨ ਨੂੰ, ਕਿਆ ਕਿਸੇ ਮੁਸਲਮਾਨ ਨੂੰ ਉਸ ਖਾਰਿਸ਼ ਜ਼ਦਾ ਕੁੱਤੇ ਦੀ ਹਰ ਭੌਂਕ ਦਾ ਜਵਾਬ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ? ਨਹੀਂ ਉਹ ਇਸੇ ਵਾਸਤੇ ਤੁਹਾਨੂੰ ਥੱਲੇ ਉਤਾਰ ਦਿੰਦੇ ਨੇ। ਅੱਛਾ ਨਹੀਂ ਅੱਛਾ ਠੀਕ ਹੈ, ਇਸ ਵਾਸਤੇ ਮੈਨੂੰ ਕਿਉਂਕਿ ਥੱਲੇ ਤੁਸੀਂ ਆਪਣੇ ਉਤਾਰ ਆਪ ਨੂੰ ਖਾਰਿਜ਼ਦਾ ਕੁੱਤਾ ਕਹਿ ਰਹੇ ਹੋ ਨਾ ਇੱਥੇ, ਕਿਉਂਕਿ ਮੁਸਲਮਾਨ ਤੁਹਾਨੂੰ ਕਾਫਰ ਸਮਝਦੇ। ਅੱਛਾ ਇਹ ਤੁਹਾਡੀ ਜ਼ਿਹਨੀ ਜਿਹੜੀ ਸਲਾਹੀਤਾਂ ਨੇ, ਬਿਹਤਰੀਨ ਜਿਹੜਾ ਤੁਸੀਂ ਇਸ ਮਜ਼ਮੂਨ ਚੋਂ ਕਦਿਆ। ਅੱਛਾ ਤੁਹਾਡਾ ਇਤਰਾਜ਼ ਫਿਰ ਹੈ ਵੇ ਕਿ ਮੈਂ ਸਭ ਤੋਂ ਜ਼ਿਆਦਾ ਜਿਹੜੀ ਗੁਸਤਾਖੀ ਕਰਦਾ ਵਾਂ, ਬੁਰਾ ਭਲਾ ਕਹਿੰਦਾ, ਉਹ ਆਪਣੇ ਆਪ ਨੂੰ ਕਹਿਣਾ, ਆਪਣੇ ਆਪ ਨੂੰ ਖਾਰਿਜ਼ਦਾ ਕੁੱਤਾ ਕਹਿੰਦੇ ਹੋ ਨਾ ਤੁਸੀਂ, ਮਜਲਿਸ ਵਿੱਚ ਆਪਣੇ ਆਪ ਨੂੰ ਕਹਿੰਦੇ ਹੋ, ਅਗਰ ਅੱਛੀ ਗੱਲ ਹੈ। ਤੁਸੀਂ ਮੇਰੇ ਵੱਲੋਂ ਆਪਣੇ ਆਪ ਬੈਨੁਲ ਨੂੰ ਕਾਫਰੀਨ, ਇਤਿਹਾਦ ਬੈਨੁਲ ਕਾਫਰੀਨ ਨੇ ਮੁਸਲਮਾਨ ਤੁਹਾਨੂੰ ਕਹਿੰਦੇ ਨੇ ਨਾ, ਤੁਹਾਡਾ ਇਤਿਹਾਦ ਹੈ ਕੁਫਾਰ ਦੇ ਨਾਲ। ਠੀਕ। ਅੱਛਾ ਮਤਲਬ ਹੈ ਵੇ ਕਿ ਤੁਹਾਡੀ ਦਾਨਿਸ਼ ਦੇ ਵਿੱਚ ਹੁਣ ਤੁਹਾਡੀ ਮੈਂ ਇਸ ਗੱਲ ਤੇ ਵੀ ਯਕੀਨ ਕਰ ਲਵਾਂ ਕਿ ਮੇਰੀ ਜੇ ਗੁਸਤਾਖੀ ਕਰਦਾ ਉਹ ਮੈਂ ਆਪਣੇ ਆਪ ਨਾਲ ਕਰਦਾ, ਦਰੁਸਤ ਹੈ? ਤੁਸੀਂ ਮਹਿਫਲ ਦੇ ਵਿੱਚ ਆਦਾਬ ਦੀ ਖਿਆਲ ਨਹੀਂ ਰੱਖਦੇ ਨਾ, ਮਹਿਫਲ ਦੇ ਆਦਾਬ ਦਾ ਖਿਆਲ ਨਹੀਂ ਰੱਖਦੇ, ਆਪਣੇ ਆਪ ਨੂੰ ਇਤਰਾਜ਼ ਹੈ ਕਿ ਮੈਂ ਆਪਣੇ ਆਪ ਨੂੰ ਤੇ ਕਾਫਰ। ਦੇਖੋ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਡਾਇਲੌਗ ਕਰ ਰਹੇ ਹੋ, ਤੁਸੀਂ ਮੇਰੀ ਗੱਲ ਸੁਣਦੇ ਹੋ ਆਪਣੀ ਕਰੀ ਜਾਂਦੇ ਹੋ। ਫਿਰ ਮਹਿਫਲ ਦੇ ਆਦਾਬ ਦੇ ਵਿੱਚ ਵੀ ਸ਼ਾਮਿਲ ਹੁੰਦੀ ਹੈ ਕਿ ਤੁਸੀਂ ਜਿਸ ਮਹਿਫਲ 'ਚ ਬੈਠੇ ਹੋ ਕਮ ਅਜ਼ ਕਮ ਉਸ ਮਹਿਫਲ ਦਾ ਹਿੱਸਾ ਬਣਨ ਤੋਂ ਪਹਿਲੇ ਦੇਖ ਲਓ ਉਹ ਮਹਿਫਲ ਹੈ ਕਿਸ ਤਰ੍ਹਾਂ ਦੀ। ਅਗਰ ਤੇ ਉੱਥੇ ਉਸ ਤਰ੍ਹਾਂ ਦੀ ਹੀ ਗੁਫ਼ਤਗੂ ਹੋ ਰਹੀ ਹੈ ਫਿਰ ਤੇ ਤੁਸੀਂ ਵੀ ਕਰੀ ਜਾਓ, ਉਸ ਮਹਿਫਲ ਦਾ ਹਿੱਸਾ ਬਣ ਜਾਓ। ਲੇਕਿਨ ਅਗਰ ਉਸ ਤਰ੍ਹਾਂ ਦੀ ਗੁਫ਼ਤਗੂ ਜਾਂ ਉਸ ਤਰ੍ਹਾਂ ਦੇ ਲੋਕ ਉੱਥੇ ਨਹੀਂ ਹੈ ਤੇ ਤੁਸੀਂ ਆਪਣੇ ਆਪ ਨੂੰ ਖਲੋ ਕੇ ਮੂੰਹ ਤੇ ਚੰਡਾ ਮਾਰਨੀ ਸ਼ੁਰੂ ਕਰ ਦੇਵੋ, ਉੱਥੇ ਨੱਚਣਾ ਟੱਪਣਾ ਸ਼ੁਰੂ ਕਰ ਦੇਵੋ, ਤੇ ਇੱਕ ਅੱਛੀ ਗੱਲ ਨਹੀਂ ਹੈ ਨਾ। ਇਸੇ ਤਰ੍ਹਾਂ ਅਗਰ ਕਿਸੇ ਅਦਬੀ ਮਹਿਫਿਲ ਦੇ ਵਿੱਚ ਬੈਠੇ ਹੋ, ਇਲਮੀ ਗੁਫ਼ਤਗੂ ਹੋ ਰਹੀ ਹੈ, ਡਿਬੇਟ ਹੋ ਰਹੀ ਹੈ, ਤੁਸੀਂ ਆਪਣੇ ਆਪ ਨੂੰ ਉੱਠ ਕੇ ਕਹਿਣਾ ਸ਼ੁਰੂ ਕਰ ਦੋਗੇ ਜੀ ਮੈਂ ਇਤਿਹਾਦ ਬੈਨੁਲ ਕਾਫਰੀਨ ਦਾ ਕੁੱਤਾ ਵਾਂ, ਖਾਰਿਜ਼ਦਾ, ਤੇ ਮੇਰੀ ਗੱਲ ਦਾ ਜਵਾਬ ਕੋਈ ਨਾ ਦੇਵੇ। ਤੇ ਇਸ ਚੀਜ਼ ਤੋਂ ਇਤਰਾਜ਼ ਹੁੰਦਾ ਮੁਸਲਮਾਨਾਂ ਨੂੰ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੁਫ਼ਤਗੂ ਕਰਦੇ ਹੋ, ਇਹ ਨਹੀਂ ਕਰਨੀ ਚਾਹੀਦੀ ਤੁਹਾਨੂੰ। ਅਸੀਂ ਮਹਿਫਿਲ 'ਚ ਬੈਠੇ ਹਾਂ। ਠੀਕ ਹੈ, ਯਾਨੀ ਇਸ ਵੇਲੇ ਇਹ ਮਾਲੂਮ ਹੋਇਆ ਕਿ ਮੈਂ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਤੁਹਾਡੀ ਬਕੌਲ ਸਭ ਤੋਂ ਜ਼ਿਆਦਾ ਜਿਹੜੀ ਮੈਂ ਗੁਸਤਾਖੀ ਕੀਤੀ ਹੈ ਜਾਂ ਕਰਦਾ ਵਾਂ, ਉਹ ਆਪਣੇ ਆਪ ਨੂੰ ਬੁਰਾ ਭਲਾ ਕਹਿਣਾ। ਇਹ ਮੈਂ ਗੱਲ ਦਰੁਸਤ ਸਮਝਿਆ? ਆਪ ਨੂੰ ਤੁਸੀਂ ਜੋ ਮਰਜ਼ੀ ਕਹੋ, ਤੁਸੀਂ ਮਹਿਫਿਲ ਦੇ ਡੈਕੋਰਮ ਨੂੰ ਖਰਾਬ ਕਰਦੇ ਹੋ, ਮਹਿਫਿਲ ਦੇ ਆਦਾਬ ਦੇ ਖਿਲਾਫ ਉਹਦੀ ਬੇਅਦਬੀ ਕਰਦੇ ਹੋ ਮਹਿਫਿਲ ਦੀ। ਮਹਿਫਿਲ ਬੜੀ ਗਾਲਾਂ ਕੱਢ ਕੇ ਆਪਣੇ ਆਪ ਨੂੰ ਖਾਰਿਜ਼ਦਾ ਕੁੱਤਾ ਕਹਿ ਕੇ ਔਰ ਕੁਫਾਰ ਬੈਨੁਲ ਇਤਿਹਾਦ ਬੈਨੁਲ ਕਾਫਰੀਨ ਆਪਣੇ ਆਪ ਨੂੰ ਉੱਥੇ ਸਾਰਿਆਂ ਦੇ ਸਾਹਮਣੇ ਬੋਲ ਕੇ, ਉਹ ਮਹਿਫਿਲ ਦੇ ਆਦਾਬ ਨਹੀਂ। ਠੀਕ ਹੈ ਤੁਸੀਂ ਬੈਠੇ ਚੁੱਪ ਕਰਕੇ ਬੈਠੇ ਰਹੋ, ਮਤਲਬ ਇਹ ਨਾ ਆਪਣੇ ਆਪ ਨੂੰ ਕਹੋ। ਯਾਨੀ ਤੁਹਾਡਾ ਇਲਜ਼ਾਮ ਹੈ ਵੇ ਕਿ ਮੈਂ ਮਹਿਫਿਲ ਐਡੀ ਪਾਕੀਜ਼ਾ ਰੂਹਾਨੀ ਸਲੂਕ ਦੀਆਂ ਮਨਾਜ਼ਿਲ ਤੈਅ ਹੁੰਦੀਆਂ, ਐਸੀ ਪਾਕੀਜ਼ਾ ਮਜਲਿਸ ਦੇ ਵਿੱਚ ਮੇਰੇ ਜਿਹਾ ਨਾਹੰਜਾਰ ਔਰ ਕਮ ਇਲਮ ਬੰਦਾ ਆ ਕੇ ਆਪਣੇ ਆਪ ਨੂੰ ਚੁੱਕ ਗਾਲਾਂ ਕੱਢਦਾ ਹੈ। ਇਸ ਵਾਸਤੇ ਇੱਕ ਅਹਿਮਦੀ ਦੀ ਹਮਦਰਦੀ ਦੇ ਵਿੱਚ ਤੁਸੀਂ ਸਾਰੇ ਬੋਲਦੇ ਹੋ ਕਿ ਅਹਿਮਦੀ ਨਾਲ ਇੰਨੀ ਜ਼ਿਆਦਤੀ ਹੋ ਰਹੀ ਹੈ। ਮੈਂ ਗੱਲ ਦਰੁਸਤ ਨਹੀਂ ਸਮਝੇ? ਨਹੀਂ। ਅੱਛਾ ਹਮਦਰਦੀ ਜਾਂ ਉਹਦੀ ਗੱਲ ਸੁਣ ਲਓ ਨਾ। ਦੇਖੋ ਮੈਂ ਤੁਹਾਨੂੰ ਕਹਿ ਰਿਹਾ ਇੱਕ ਅਦਬੀ ਮਹਿਫਿਲ ਹੋਵੇ ਨਾ, ਉਹਦੇ 'ਚ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਰਿਹਾ ਕਿ ਉਹ ਕੌਣ ਬੈਠਾ ਉੱਥੇ ਕੌਣ ਨਹੀਂ ਮੁਸਲਮਾਨ ਹੈ ਜਾਂ ਕੋਈ ਵੀ ਅਦਬੀ ਮਹਿਫਿਲ ਹੈ। ਅਦਬੀ ਮਜਲਿਸ ਦੇ ਵਿੱਚ ਆ ਕੇ ਜਦੋਂ ਤੁਸੀਂ ਉੱਥੇ ਨੱਚਣਾ ਟੱਪਣਾ ਸ਼ੁਰੂ ਕਰ ਦਿਓਗੇ ਨਾ, ਉਸ ਮਹਿਫਿਲ ਦੇ ਆਦਾਬ ਦੇ ਖਿਲਾਫ ਹੈ, ਉਹਦੀ ਬੇਅਦਬੀ ਮਹਿਫਿਲ ਦੀ ਕਰ ਰਹੇ ਹੋ। ਆਪਣੀ ਭਾਵੇਂ ਤੁਸੀਂ ਬਾਹਰ ਜਾ ਕੇ ਕਰੀ ਜੋ ਲੱਖ ਕਰੋ, ਉਹਦੇ ਨਾਲ ਕੋਈ ਗਰਜ਼ ਨਹੀਂ ਹੈ, ਤੁਹਾਡਾ ਆਪਣੇ ਰਾਈਟਸ ਨੇ, ਤੁਹਾਡੀ ਆਪਣੀ ਮਰਜ਼ੀ ਹੈ, ਜੋ ਮਰਜ਼ੀ ਕਰੋ। ਲੇਕਿਨ ਜਦੋਂ ਮਹਿਫਿਲ ਦੇ ਮਾਹੌਲ ਨੂੰ ਖਰਾਬ ਕਰਦੇ ਹੋ ਆ ਕੇ ਇਹ ਕਹਿ ਕੇ ਆਪਣੇ ਆਪ ਨੂੰ ਇਤਿਹਾਦ ਬੈਨੁਲ ਕਾਫਰੀਨ ਆਪਣੇ ਆਪ ਨੂੰ ਕਹਿ ਕੇ ਤੇ ਖਾਰਿਜ਼ਦਾ ਕੁੱਤਾ ਆਪਣੇ ਆਪ ਨੂੰ ਜਦੋਂ ਕਹਿੰਦੇ ਸਾਨੂੰ, ਉਹਦੇ ਤੋਂ ਇਤਰਾਜ਼ ਹੈ। ਮਹਿਫਿਲ 'ਚ ਨਾ ਕਹੋ ਆਪਣੇ ਆਪ ਨੂੰ ਆ ਕੇ, ਮਹਿਫਿਲ ਖਰਾਬ ਹੁੰਦੀ। ਅਗਰ ਆਪਣੇ ਆਪ ਨੂੰ ਨਾ ਕਹਾਂ ਤੁਹਾਨੂੰ ਕਹਿ ਲਾਂ ਤੇ ਫਿਰ ਉਹ ਜਾਇਜ਼ ਹੋ ਜਾਏਗਾ? ਮੈਂ ਤਾਂ ਤੁਹਾਨੂੰ ਤੁਹਾਡੇ ਤੋਂ ਮਨਾ ਕਰ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਨਾ ਕਹੋ, ਮਹਿਫਿਲ ਦੇ ਆਦਾਬ ਦੇ ਖਿਲਾਫ ਹੈ ਨਾ, ਮਹਿਫਿਲ ਨਹੀਂ ਖਰਾਬ ਕਰਦੀ। ਅੱਛਾ ਮਹਿਫਿਲ ਜਿਹੜੀ ਹੁੰਦੀ ਹੈ, ਅੱਛਾ ਇੱਕ ਮਿੰਟ ਗੱਲ ਕਰ ਲੈਣੇ, ਤੁਹਾਡੇ ਨਜ਼ਦੀਕ ਮੈਂ ਜ਼ਿਆਦਤੀ ਕਰਨਾ ਮਹਿਫਿਲ ਦਾ ਬਹੁਤ ਅੱਛਾ ਮਿਆਰ ਹੈ ਗੁਫ਼ਤਗੂ ਕਰਨ ਦਾ, ਔਰ ਮੈਂ ਆ ਕੇ ਉੱਥੇ ਇੱਕ ਘਟੀਆ ਕਿਸਮ ਦੀ ਸਤਹ ਦੀ ਗੁਫ਼ਤਗੂ ਕਰਕੇ ਮਹਿਫਿਲ ਦਾ ਰੰਗ ਜਿਹੜਾ ਨਾ ਮਿਆਰ ਥੱਲੇ ਲੈ ਆਉਣਾ, ਜਿਹੜਾ ਨਾਕਾਬਲੇ ਬਰਦਾਸ਼ਤ ਹੋ ਜਾਂਦਾ ਹੈ ਕਿ ਇੰਨਾ ਗੁਸਤਾਖ ਬੰਦਾ ਉਸ ਮਹਿਫਿਲ ਦੇ ਵਿੱਚ ਬੈਠਣ ਦਾ ਹੱਕਦਾਰ ਨਹੀਂ। ਇਹ ਸਮਝਿਆ ਮੈਂ ਗੱਲ? ਠੀਕ ਹੈ। ਜਦੋਂ ਇਹ ਹਰਕਤ ਕਰਦੇ ਉਦੋਂ ਅੱਛਾ ਉਹਦੇ 'ਚ ਬਾਕੀ ਜਿਹੜੀ ਮਹਿਫਿਲ ਹੈ ਉਹ ਬੜੀ ਪਾਕੀਜ਼ਾ ਹੁੰਦੀ ਹੈ। ਅੱਛਾ ਇੱਕ ਗੱਲ ਕਰ ਲੈਂਦੇ ਹਾਂ, ਮੈਂ ਜਦੋਂ ਦਾ ਤੁਸੀਂ ਸੋਸ਼ਲ ਮੀਡੀਆ 'ਚ ਮੈਨੂੰ ਸੁਣਿਆ ਰਾਈਟ ਜੀ, ਮੈਂ ਜਿਹੜੇ ਸਖਤ ਅਲਫਾਜ਼ ਕਿਸੇ ਦੇ ਵੀ ਅਕਾਬਰ ਲਈ ਕਦੀ ਵੀ ਕਹੇ ਨੇ, ਉਹ ਮੈਂ ਆਪਣੇ ਅਕਾਬਰੀਨ ਲਈ ਕਬੂਲ ਕਰਦਾ। ਔਰ ਮੇਰੇ ਖਿਲਾਫ ਜਿਹੜੇ ਬੰਦੇ ਨੇ ਮੇਰੇ ਅਕਾਬਰੀਨ ਦੇ ਖਿਲਾਫ
ਜਿਹੜੇ ਅਲਫਾਜ਼ ਕੀਤੇ ਨੇ ਉਹ ਆਪਣੇ ਅਕਾਬਰੀਨ ਨਾਲ ਤਸਲੀਮ ਕਰ ਲਵੇ। ਇਹ ਤੇ ਇਨਸਾਫ ਤੇ ਮਬਨੀ ਹੋਏਗੀ ਨਾ ਟ੍ਰੇਡ। ਪਹਿਲੇ ਇਹਨੂੰ ਤੇ ਮੁਕਾ ਲਵੋ, ਜਿਹੜਾ ਪਹਿਲਾ ਮੁਕਾਬਲਾ ਇਹ ਉਹੀ ਹੈ, ਇਹ ਉਹੀ ਉਹਨੂੰ ਬਾਅਦ ਚ ਡਿਸਕਸ ਕਰਨੀ ਹੈ। ਪਹਿਲੇ ਇੱਕ ਦੇਖੋ ਨਾ ਬਸ ਉਹ ਜਿਹੜਾ ਮਾਮਲਾ ਹੈ ਉਹ ਲੈਦਾ ਹੈ, ਉਹ ਲੈਦਾ ਹੈ। ਦੇਖੋ ਇੱਕ ਜਿਹੜਾ ਜਿਹਨੂੰ ਤੁਸੀਂ ਆਪੇ ਸ਼ੁਰੂ ਕੀਤਾ, ਮੈਂ ਨਹੀਂ ਇਹਨੂੰ ਟੌਪਿਕ ਨੂੰ ਸ਼ੁਰੂ ਕੀਤਾ, ਤੁਸੀਂ ਆਪ ਸ਼ੁਰੂ ਕੀਤਾ। ਤੁਸੀਂ ਇਹ ਬਾਰ-ਬਾਰ ਕਹਿ ਕੇ ਜੀ ਮੈਂ ਜੁਮਲਾ ਕਹਿਣਾ ਮੈਂ ਕਿ ਜੀ ਸਾਨੂੰ ਇਹਦੇ ਉੱਤੇ ਇਤਰਾਜ਼ ਹੈ। ਤੁਸੀਂ ਭਰੀ ਮਹਿਫਲ 'ਚ ਜਦੋਂ ਆਪਣੇ ਆਪ ਨੂੰ ਆ ਕੇ ਇਸ ਤਰ੍ਹਾਂ ਦੀ ਅਲਕਾਬਾਤ ਕਹਿਣਾ ਸ਼ੁਰੂ ਕਰਦੇ ਹੋ ਨਾ, ਇਤਿਹਾਦ ਬੈਨੁਲ ਕਾਫਰੀਨ ਦਾ ਖਾਰਿਜ਼ਦਾ ਕੁੱਤਾ ਆਪਣੇ ਆਪ ਨੂੰ ਕਹਿੰਦੇ ਹੋ, ਸਾਨੂੰ ਇਹਦੇ ਉੱਤੇ ਇਤਰਾਜ਼ ਹੈ ਜਨਾਬ। ਤੁਸੀਂ ਮਹਿਫਲ ਦੇ ਆਦਾਬ ਦੇ ਖਿਲਾਫ ਇਹ ਗੱਲ ਕਰਦੇ ਹੋ। ਇਸ ਤਰ੍ਹਾਂ ਦੇ ਅਲਫਾਜ਼ਾਤ ਅਗਰ ਤੁਸੀਂ ਆਪਣੇ ਵਾਸਤੇ ਇਸਤੇਮਾਲ ਕਰਦੇ ਹੋ ਜਾਂ ਕਹਿੰਦੇ ਹੋ ਠੀਕ ਹੈ, ਤੁਸੀਂ ਸੈਪਰੇਟਲੀ ਕਹੋ, ਜਾਂ ਕਿਸੇ ਐਸੀ ਮਹਿਫਲ 'ਚ ਜਿੱਥੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਗੁਫ਼ਤਗੂ ਹੁੰਦੀ ਹੋਵੇ ਜਾਂ ਲੋਕੀ ਸੁਣਨਾ ਜਾਂ ਕਹਿਣਾ ਪਸੰਦ ਕਰਦੇ, ਉੱਥੇ ਬਿਲਕੁਲ ਕਹੋ। ਲੇਕਿਨ ਜਿਸ ਮਾਹੌਲ ਦੇ ਵਿੱਚ ਇਹ ਅਲਫਾਜ਼ਾਤ ਅੱਛੇ ਨਹੀਂ ਸਮਝੇ ਜਾਂਦੇ ਜਾਂ ਲੋਕੀ ਨਹੀਂ ਗੁਫ਼ਤਗੂ ਕਰਦੇ ਜਾਂ ਸੁਣਨਾ ਚਾਹੁੰਦੇ, ਮੈਨੂੰ ਉਸ ਮਹਿਫਲ ਦੇ ਵਿੱਚ ਬੈਠ ਕੇ ਇਹ ਗੱਲ ਕਰਦੇ ਹੋ ਇਤਰਾਜ਼ ਹੈ ਕਿ ਉਸ ਮਹਿਫਲ ਦੀ ਬੇਅਦਬੀ ਕਰਦੇ ਹੋ। ਆਪਣੀ ਤਾਂ ਤੁਸੀਂ ਬੇਸ਼ੱਕ ਵੈਸੇ ਯੂਸਫੀ ਸਾਹਿਬ, ਮੈਂ ਤੁਹਾਨੂੰ ਇੱਕ ਜਿਹੜਾ ਨਾ, ਅਗਰ ਤੁਹਾਨੂੰ ਇਹ ਗੱਲ ਬੁਰੀ ਲੱਗੇਗੀ ਤੇ ਮੈਂ ਅਲਫਾਜ਼ ਵਾਪਸ ਲੈ ਲਾਂਗਾ। ਇੱਕ ਚੀਜ਼ ਹੁੰਦੀ ਲਫ਼ਜ਼, ਉਹਦੀ ਜਮਾ ਜਿਹੜੀ ਹੁੰਦੀ ਨਾ ਉਹ ਅਲਫਾਜ਼ ਹੁੰਦੇ। ਲਫ਼ਜ਼, ਹਾਂ, ਉਹ ਲਫ਼ਜ਼ ਨਹੀਂ ਹੁੰਦਾ, ਲਫ਼ਜ਼ ਹੁੰਦਾ, ਲਫ਼ਜ਼। ਠੀਕ ਹੈ, ਅੱਛਾ, ਇਹ ਲਫ਼ਜ਼ ਠੀਕ ਹੈ। ਲਫ਼ਜ਼ ਜਿਹੜਾ ਹੈ ਅਲਫਾਜ਼ ਉਹਦੀ ਜਮਾ ਹੈ, ਠੀਕ ਹੈ। ਅੱਗੇ ਤੁਹਾਡੀ ਮਰਜ਼ੀ, ਅੱਗੇ ਤੁਸੀਂ ਭਾਵੇਂ ਅਲਫਾਜ਼ਾਤੀਆਤ ਵੀ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਉਹ ਮੈਂ ਜੋ ਕਹਿਣਾ ਸੀ ਉਹ ਕਹਿ। ਮੈਂ ਤੁਹਾਡੇ ਨਾਲ ਇਹ ਮੁੱਕਦੀ ਗੱਲ ਮੁਕਾਨਾ ਕਿ ਮੈਂ ਅੱਜ ਤੱਕ ਸੋਸ਼ਲ ਮੀਡੀਆ 'ਚ ਬਹਿ ਕੇ ਆਪਣੇ ਮੁਖਾਲਫੀਨ ਦੇ ਅਕਾਬਰੀਨ ਲਈ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ ਉਹ ਮੈਂ ਆਪਣੇ ਅਕਾਬਰੀਨ ਲਈ ਕਬੂਲ ਕਰਦਾ। ਇਹੀ ਗੱਲ ਤੁਸੀਂ ਮੇਰੇ ਅਕਾਬਰੀਨ ਦੇ ਬਾਰੇ ਜਿਹੜੀ ਗੱਲ ਕੀਤੀ ਹੈ, ਅੱਲਾਹ ਤਾਲਾ ਤੇ ਨੀਤਾਂ ਜਾਣਨ ਵਾਲਾ ਨਾ, ਉਹ ਤੇ ਹਰ ਚੀਜ਼ ਅਸੀਂ ਤੇ ਇੱਕ ਦੂਜੇ ਨੂੰ ਦਾਅ ਦੇ ਸਕਨੇ ਆ, ਅੱਲਾਹ ਤਾਲਾ ਤੇ ਨਹੀਂ ਨਾ ਕੋਈ ਦਾਅ ਦੇ ਸਕਦਾ। ਮੁਕਦੀ ਮੁਕਾਨੇ ਆ ਨਾ। ਮੈਂ ਸਾਰੇ ਅਲਫਾਜ਼ ਜਿਹੜੇ ਆਪਣੇ ਕਿਸੇ ਵੀ ਮੁਖਾਲਫ ਦੇ ਲਈ ਇਸਤੇਮਾਲ ਕੀਤੇ ਨੇ ਉਹਨਾਂ ਨੂੰ ਆਪਣੇ ਕਬੂਲ ਕਰਦਾ, ਬਸ਼ਰਤੇ ਕਿ ਮੇਰੇ ਅਕਾਬਰੀਨ ਦੇ ਖਿਲਾਫ ਜਿਹੜੇ ਅਲਫਾਜ਼ ਕੀਤੇ ਗਏ ਨੇ ਤੁਸੀਂ ਆਪਣੇ ਅਕਾਬਰੀਨ ਲਈ ਕਬੂਲ ਕਰ ਲਓ। ਸੌਦਾ ਬਰਾਬਰ ਦਾ ਨਾ। ਸੌਦਾ ਤੇ ਪਹਿਲਾ ਸੌਦਾ ਤੇ ਮੁੱਕ ਲਵੇ ਕਿ ਇਹਦਾ ਮਤਲਬ ਹੈ ਤੁਸੀਂ ਹੁਣ ਉਸ ਚੀਜ਼ ਤੋਂ ਤੋਬਾ ਕਰ ਲਿੱਤੀ ਪਹਿਲੇ ਸੌਦੇ ਤੋਂ, ਅੱਜ ਤੋਂ ਬਾਅਦ ਤੁਸੀਂ ਮੈਂ ਜਿਸ ਤਰ੍ਹਾਂ ਦੇ ਅਲਫਾਜ਼ ਇਸਤੇਮਾਲ ਨਹੀਂ ਕਰੋਗੇ। ਅਕਾਬਰੀਨ ਵਾਲੀ ਜਿਹੜੀ ਗੱਲ ਹੈ ਮੈਂ ਹਦੀਸੇ ਮੁਬਾਰਕਾ ਪੇਸ਼ ਕਰਕੇ ਉਸ ਤੋਂ ਬਾਅਦ ਗੱਲ ਕਰਾਂਗਾ ਕਿ ਜਿਹੜੇ ਮੁਸਲਮਾਨ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦਾ ਫਰਮਾਨ ਹੈ, ਆਲੀ ਸ਼ਾਨ ਹੈ ਕਿ 30 ਝੂਠੇ ਦज्जाल ਔਰ ਮੁਸਲਮਾ ਕਜ਼ਾਬ ਨੂੰ ਆਪ ਸੱਲੱਲਾਹੁ ਅਲੈहि ਵਸੱਲਮ ਨੇ ਕਜ਼ਾਬ ਕਹਿ ਕੇ ਬੁਲਾਇਆ। ਤੇ ਜਿੰਨੇ ਵੀ ਮੁਦਈਆ ਨੇ ਨਬੂਵਤ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਜ਼ਾਤੇ ਪਾਕ ਤੋਂ ਬਾਅਦ ਅਗਰ ਕੋਈ ਇਸ ਤਰ੍ਹਾਂ ਦਾ ਦਾਵਾ ਪੇਸ਼ ਕਰਦਾ ਤਾਂ ਬਿਲਕੁਲ ਅਸੀਂ ਸੁਨਨਤ ਰਸੂਲ ਦੇ ਮੁਤਾਬਿਕ ਔਰ ਸਹਾਬਾ ਇਕਰਾਮ ਦਾ ਵੀ ਇਹੀ ਅਮਲ ਰਿਹਾ। ਦज्जाल ਔਰ ਕਜ਼ਾਬ ਹੀ ਉਹਨੂੰ ਕਹਿੰਦੇ ਨੇ। ਇਹ ਇੱਕ ਮੌਜੂ ਅਲੱਗ ਹੈ, ਲੇਕਿਨ ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਗੱਲ ਪਹਿਲੇ ਉਹਨੂੰ ਮੁੱਕ ਲਓ ਨਾ ਕਿ ਇਤਿਹਾਦ ਬੈਨੁਲ ਕਾਫਰੀਨ ਦੇ ਖਾਰਿਜ਼ਦਾ ਕੁੱਤਾ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਬਾਰ-ਬਾਰ ਮਹਿਫਿਲ ਚ ਆ ਕੇ। ਅੱਜ ਤੋਂ ਬਾਅਦ ਇਹ ਨਾ ਕਹੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਜਨਾਬ ਸਾਡੇ ਸਿਰ ਮੱਥੇ ਤੇ ਆਓ, ਗੱਲ ਕਰੋ, ਸਾਨੂੰ ਸੁਣਾਓ, ਅਸੀਂ ਸੁਣਨਾ ਚਾਹੁੰਦੇ ਹਾਂ ਤੁਹਾਡੀਆਂ ਗੱਲਾਂ। ਅੱਛਾ, ਮੈਂ ਫਿਰ ਕਹਿਣਾ, ਜਦੋਂ ਮੈਂ ਕਹਿਣਾ ਇਤਿਹਾਦ ਬੈਨੁਲ ਕਾਫਰੀਨ ਦੇ ਖਾਰਿਜ਼ਦਾ ਕੁੱਤਿਆਂ ਦੀ ਹਰ ਭੌਂਕ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਬਲਕਿ ਮੁਜ਼ਿਰ ਹੈ। ਤੁਹਾਡੇ ਬਕੌਲ ਇਹੀ ਗੱਲ ਹੈ ਨਾ ਕਿ ਤੁਸੀਂ ਮੁਸਲਮਾਨਾਂ ਨੂੰ ਇਹ ਕਹਿ ਰਹੇ ਹੁੰਦੇ ਹੋ ਕਿ ਅੱਛਾ ਮੈਂ ਮੁਸਲਮਾਨ ਕਾਫਰ ਹੁੰਦੇ ਨੇ? ਨਹੀਂ, ਮੁਸਲਮਾਨਾਂ ਨੂੰ ਇਹ ਤੁਸੀਂ ਕਹਿ ਰਹੇ ਹੁੰਦੇ ਹੋ ਕਿ ਮੈਂ ਤੁਹਾਡੇ ਬੈਨੁਲ ਕਾਫਰੀਨ ਦਾ ਖਾਰਿਜ਼ਦਾ ਕੁੱਤਾ ਵਾਂ, ਮੇਰੀ ਹਰ ਭੌਂਕ ਦਾ ਜਵਾਬ ਨਾ ਦਿਓ। ਮੈਂ ਕਹਿਣਾ ਪਿਆ ਤੁਸੀਂ ਜਦੋਂ ਮੁਸਲਮਾਨਾਂ ਨੂੰ ਇਹ ਗੱਲ ਆ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਬਈ ਮੇਰੇ ਹਰ ਮਸਲਨ ਜਿਹੜੀ ਮਹਿਫਿਲ 'ਚ ਬੈਠੇ ਹੁੰਦੇ ਹੋ ਤੁਸੀਂ ਆ ਕੇ ਜਦੋਂ ਕਹਿੰਦੇ ਹੋ ਉੱਥੇ ਸਾਰੇ ਮੁਸਲਮਾਨ ਹੁੰਦੇ ਨੇ ਬੈਠੇ ਹੋਏ, मेजोरिटी मुसलमान ਹੁੰਦੀ। अच्छा 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 ठीक है। यूसुफी साहब जिमनी सवाल है मेरा, यूसुफी साहब जिमनी सवाल आपसे अगर आप इजाजत दें। यूसुफी साहब, अगर मैं किसी अहमदी लाइव पे जाऊं और उस पे सवालात चल रहे हो कि साबित करो हज़रत ईसा आसमान पे कैसे गए, तो मैं अगर नीचे लिख दूं कि तमाम कज़ाब और दज्जाल के मानने वाले खारिज ज़दा कुत्तों के हर सवाल का जवाब देना लाजमी नहीं, क्या ये जुमला ठीक होगा कि गलत होगा? ये सवाल तो मैं आपका ताहिर साहब से बनता था, क्योंकि वो तो नहीं मानते कि वो किसी गलत को मानते हैं, वो तो सच्चे के पैरोकार हैं। तो फिर ये मेरा जुमला जायज़ हो जाएगा? नीचे मुझे म्यूट तो नहीं किया जाएगा? बिल्कुल नहीं करना चाहिए। जी ताहिर साहब, अगर आप इस पर रोशनी डाल सके। आप जुमला दोहरा दें, क्या कह रहे हैं? कि तमाम दज्जाल और कज़ाब के मानने वालों खारिज ज़दा कुत्तों के हर सवाल का जवाब देना लाजमी नहीं।
मैं आपकी इस बात की ना सिर्फ ये है कि मजम्मत नहीं करूँगा, बल्कि मैं आपको बिल्कुल सही कहूँगा कि ये आपका हक है। वाकई देखिए कौन है कितना बदबख्त, और एक मिनट, कितना बदबख्त, कम अकल और पागलपन की जुनून की हदों को तय कर रहा होगा जो ये मौक़िफ़ अपनाए कि आज से मेरा काम है कि बैनुल काफरीन के खारिश ज़दा कुत्तों की हर भौंक का जवाब देना है। बिल्कुल तो जाके ठीक है, मैं तो आपकी इस बात की ना सिर्फ ये है कि मैं बुरा नहीं मनाऊंगा, बल्कि मैं तो इसका मतलब है मैं ये अगर जुमला लिखूं तो मुझे कहीं से भी बैन नहीं करना चाहिए किसी को भी। आप टाइप करते हैं? मैं ये कहता हूं कि आप जब ये जुमला लिखें जी, मैं कैसे इससे इनकार कर सकता हूं? नीचे मैं लिख दिया करूं सीसी ताहिर अमजद साहब, मतलब ऐसे करके नीचे मतलब आपका नाम लिख के, ताकि ताईद शामिल हो जाए। हाँ, अगर आप मुझे भी इजाजत देंगे मैं भी अपने साथ सीकर साहब लिख दिया करूं। बिल्कुल नहीं, आप तो मुझे लिखते रहे हैं, बल्कि आपने मेरा डायरेक्ट आप लिखते रहे। अच्छा, ये भी मजे की बात है कि बुहतान तराशी करना, इल्जाम लगाना आपके यहाँ पर बहुत आसान काम होगा। ताहिर साहब अगर सबूत दे दूं फिर मैं आपसे माजरत कर लूंगा कि मैंने अगर आप वीडियो रिकॉर्ड, मेरे पास तो पूरी रिकॉर्डिंग है पड़ी है आपकी, उसमें स्क्रीनशॉट है। अगर मैंने आपका नाम लेकर आपको मुखातब करके ऐसे नहीं मैं गलत बात नहीं करूंगा। बात सुन ले सीकर साहब, एक लॉजिकल बात करनी है ना। जी, एक ताकि उसे एक लॉजिकल, चाहे इंडक्शन हो या डिडक्शन हो, उसको लॉजिकल कंक्लूजन तक लेके जाना है ना। तो इसमें ही बात ये है मोहतरम, मैं आपसे क्या उसे कहते पेशगी सबके सामने माजरत करता हूं कि अगर मैंने जो ऐसे शख्सात जो मुझे ज़ाती तौर पर गालियां निकालने में मुलव्वस हैं, उनमें नाम लेना मुनासिब नहीं है, बहुत सारे हैं जिन्होंने मेरे माँ बाप को भी गालियां दी हैं, मेरी माँ को गालियां दी हैं, मुझे भी गालियां दी। इवन उनके बारे में वापसी पर भी मैंने अगर उनकी वालदैन को, उनकी ख्वातीन को अगर मैंने उस तरह की बुरा अल्फाज इस्तेमाल किए हैं तो मैं आप पेशगी उस पर शर्मिंदा हूं और उसकी माफ़ी तलब करता हूं। काश कि मेरे मुखालफीन में इतनी नहीं, ये तो बहुत बड़ा बयान मेयार है, इससे आधे दर्जे की भी सलाई इखलाकी जुर्रत हो कि वो भी ये कह सके कि हाँ, अगर मैंने आपके वालदैन के बारे में, आपके प्यारों के बारे में, आपकी जो ख्वातीन हैं उनके बारे में जो कहे हैं, मैं उन पर शर्मिंदा हूं। बिल्कुल होना चाहिए जी। मुखालफिन की जो खवातीन हैं वो भी सांझी होती हैं और माँ बहनें भी सांझी होती हैं, तो अगर किसी ने ऐसी बात की है तो मेरे ख्याल में उसको पेश की माफी मांगनी चाहिए। और सीकर साहब बात ये है कि अगर कोई सच बोलने के मूड पर हो, जो मुझे पुराना जानता हो, वो ये गवाही देने पर मजबूर होंगे, क्योंकि मेरा ट्रैक रिकॉर्ड है कि मैंने साल हाँ साल की खामोशी, नरम जुबानी के बाद जब उनके जुमले, उनकी तलखियाँ बड़ी हैं, मैंने उनसे बार बार रिक्वेस्ट की है। और जितने गालीबाज हैं, मैं अब नाम लेना फिर मुनासिब नहीं, मैंने पेशगी कह के कि यार अगर तुम अपने भड़ास निकाल कर तुम्हें सुकून मिलता है, मैं तुम्हारी अगली 20-25 गालियों का जवाब नहीं दूंगा, तुम्हारे लिए दुआ करूंगा। ये है कि फिर 25 पर अगर मुतमाइदा होता है तो 26वीं गाल ना निकले मुंह से। मैं आज भी ये सौदा करने के लिए तैयार हूं। मुझे आपने गालियां निकाली हैं सीकर साहब, मैं आपको कहता हूं 25 और निकाल लें, लेकिन कोई एंड तो होना चाहिए ना उसका। आप मेरे अकाबरीन को गालियां निकाल कर खुश होते हैं, मुझे सब्र की तलकीन का कहा गया, इन्नल्लाह मअस-साबिरीन। मैं आज भी, वी कैन नॉट डू अनडू यस्टरडे, वट एवर हैपन हैपन। आज से मैं कहता हूं, आप में जितने इस ग्रुप में मौजूद हैं, मुझे गालियां देनी है, आज गालियां दे लें, 100 गालियां दे लें, लेकिन खुदारा उसके बाद अपनी जुबान बंद रखें, गालीबाजी से बाज आ जाएं। ताहिर साहब, यहाँ पे एक मेरा छोटी सी मेरी आपसे एक दरख्वास्त है। ताहिर साहब, आपको पता है आपने बड़ा कुछ अरसा हो गया है जहां से आपके और हमारे इख्तिलाफात बहुत ज्यादा ही शुरू हुए थे, वो थी आपकी मुनसफी का सवाल था, आपको शायद याद होगा। नहीं, मुझे याद कि मेरी मुनसफी का काम पे क्या बस सवाल। मैं आपको थोड़ा याद करा देता हूँ ताहिर साहब। इसी तरीके से ना, जैसे आपने आज एक बहुत ही खुले दिल का मुजाहरा किया और आपने बड़ा अच्छा, मतलब यहाँ पे आप मुजाहरा कर रहे हैं कि किसी किस्म की दिल आजारी हो तो, और अल्फाज जिस तरह के, ताहिर साहब आपके
اپنے ہی ایک احمدی نے اور پورے بر صغیر کی اور سیدانیوں کا نام لے کر اس نے ایک جملہ بولا تھا کہ میں نے بر صغیر کی سیدانیوں کی لی ہے، اور آپ کی عدالت میں مقدمہ پیش کیا گیا تھا. آپ نے کہا یہ تو کلیئر نہیں نہ ہوتا کہ بر صغیر کی سیدانیوں کی کیا لی ہے، حالانکہ وہ جملہ سینسر کیا گیا تھا، آگے لکھا بھی ہوا تھا اس نے میں نے کیا لی ہے. آپ نے اس کو چٹ دی تھی. طاہر صاحب اس پہ کیا کہیں گے آپ؟ پر میں خاموشی اختیار کروں اور اس کی مذمت نہ کروں، لیکن انسان کمزور ہے. اگر میں نے اس طرح کا کوئی جملہ کسی سیدانی تو ہمارے مطلب بڑی ہیں، کوئی سوسائٹی کی کوئی بھی خواتین کے بارے میں ہو، کسی بھی ذات مسلک کیٹیگری سے تعلق رکھتا ہو، کوئی جلاحہ ہو، موچی ہو، یا کسی بھی تعلق رکھتا ہو، خواتین کی عزت کرنا یہ میری گرومنگ جو وہاں ہوئی ہے، میری جو تربیت ہوئی ہے، اس میں کوئی ڈسکریمنیشن نہیں ہے. آئی ڈونٹ نو ویئر ڈو یو لیو، بٹ ویئر آئی لیو، مائی کنٹری، اٹ از اے کریمنل اوفینس ٹو ڈسکریمنیٹ اگینسٹ جینڈر. میں اس میں یہ کہ جینڈر کا، سیکس کا، اس کے ایج کا حساب سے اور ایتھنک بیک گراؤنڈ کے حوالے سے، میں تو آپ سیدوں کی بات کرتے ہیں، میں تو کسی سیدہ کے بارے میں سوچتے ہوئے چشم تصور میں بھی میری آنکھیں جھونک جاتی ہیں. اس لیے تو زیادہ افسوس ہوا تھا کہ آپ کا گیون یور بیک گراؤنڈ اور گیون I don't recall any incident where I will be quiet in that. I don't expect that from me. لیکن اگر ہوا ہے، میں پھر کہتا ہوں، تو میں اس میں کوئی اس کی وضاحت یا دفاع نہیں کروں گا. مجھے اپنی اس حرکت پر شرمندہ ہونا چاہیے اور معذرت کرنی چاہیے، اور میں اچھا جسچر ہے، اچھا جسچر ہے آپ کا. اور میں اس میں کیٹیگوریکلی، اور میں آپ کو ایک بتاؤں سیکر صاحب، میں نے جتنی مذمت احمدیوں کی ہے جب وہ سخت جملے ادا کرتے ہیں، اور میں واٹس ایپ کے حوالے سے میں نے ان کی بہاف پر معافی مانگی ہوئی ہے. میں حلفاً کہہ سکتا ہوں کہ میرے مخالفین کو اس کا 10% تک بھی کہنے کی توفیق نہیں ملتی. I do expect much better from myself than anybody else. اور میں اگر ایسا، میں پھر کہتا ہوں، سیدات تو ہماری مطلب ہمارے سر کا تاج ہیں، وہ ان کے آگے تو ہماری آنکھیں میری ابھی بھی جھکی ہوئی ہیں، رائٹ. لیکن یہ ہے کہ کسی اور خاتون کے بارے میں نے اگر آپ کی والدہ کے بارے میں، آپ کے گھر والوں کی، اگر میں آپ کی بہنوں کی عزت، جب میں ذکر آئے، میں ان کو نہیں جانتا لیکن اپنی بہنوں کی طرح عزت نہیں کر سکتا، تو اس میں میری تربیت کا اثر ہے. میری والدین نے میری تربیت نہیں ٹھیک کی، اور میں اس پر فخر نہیں کروں گا، مجھے ندامت ہونی چاہیے. اور سیکر صاحب، میں آپ کو حلفاً کہتا ہوں، میرے بارے میں بلا اشتعال میرے ماں باپ کو، میری بہنوں کو، حالانکہ کوئی نہیں جانتا کہ کون ہے، گالیاں دی گئی ہیں. میرے اکابرین کو گندی گالیاں دی گئی ہیں، مجھے گندی گالیاں دی گئی ہیں. اور الحمدللہ میں بڑے وثوق کے ساتھ یہ کہہ سکتا ہوں کہ میں اگر اپنے مخالفین سے پوچھوں کہ کیا میں نے اس کے رد عمل کے طور پر بھی ان کو اسی زبان سے پکارا ہے، تو اب تحقیق کر لیجئے گا، تو جواب ہوگا نہیں. میں اس میں اور کیا کہہ سکتا ہوں. بالکل صحیح جی، جائز بات ہے. لے جی، نائس ٹاکنگ ٹو یو یوسفی بھائی. باقی سب آپ بھائی کنٹینیو کریں، میری فلائٹ ہے، میں ذرا تیاری کر لوں. اور سیکر صاحب، اب آپ نے شکوے کا اظہار کر لیا. میں بھی اب I always regarded you as one of the better person on social media. When I heard you, I really respected you, and expectation ہوتی ہے نا بندوں کے ساتھ، اور disappointment. How are you? تو سیکر صاحب، مجھے صرف یہ ہے کہ جب میں نے آپ کو جو میرا ایکسپیکٹیشن لیول تھا اس سے بہت نیچے آپ کی بات کرتا سنی ہے، تو واقعی چند بندے ایسے ہیں جن کا افسوس ہوا ہے، اور آپ بھی ان میں سے ایک تھے. کہ میں آئی ڈینٹ ایکسپیکٹ اینڈ کہ آپ اس لو سطح پر جا کر اب جتنا مرضی اختلاف رکھیں، اور آپ جانتے ہیں کہ کیا ہوا ہے، میں اس کو دہرانا نہیں چاہتا. اللہ کرے کہ آپ کے آنے والا کل جو ہے
अपने गुज़श्ता कल से बहुत बेहतर हो। नहीं ताहिर साहब, आपका बहुत शुक्रिया आपके अल्फाज का, लेकिन जैसे आपने एक्सप्लेन किया ना, उसके अंदर भी बहुत से मराहिल तय करके ही हम, मेरे ख्याल में इस लेवल पे बंदा पहुंच जाता है कि कई दफ़ा बस हो जाती है, बदतमीजियां और कुछ गुस्ताखियां देख के ना बंदा एक हद तक बर्दाश्त करता है, फिर उसके बाद बंदा कहता है यार ठीक है, फिर जो होता है तो देखी जाए। लेकिन उसके बावजूद कोई मेरे ख्याल में ये नहीं कह सकता कि हमारे मुंह से किसी किस्म की गाली निकली या किसी की माँ को गाली दी है, बहन को दी है। हमारी उस दौर में भी अहमदी खवातीन जब हमारी लाइफ पे आई थी तो वो अपना भाई समझ के आई थी, और उनको जिस तरह हमने रिस्पेक्ट दी थी शायद उनके अपने अहमदी भाइयों ने भी नहीं दी होगी। तो ये एक खानदानियत का लेवल हम मेंटेन रखते हैं। बाकी सारी बातें इंसान है जी, अल्फाज का चुनाव ऊपर नीचे हो जाता है, तो इतनी सी बात है। ठीक है, देखिए मैं सीकर भाई हमेशा ये कहता हूँ कि वी कैन नॉट अनडू यस्टरडे। अब जो तीर निकल चुका है वो निकल चुका है। हमें मैं तो इस तरह पॉजिटिव सोच ये है कि आइंदा आने वाला जो है, हम आइंदा किस तरह बिहेव करें। डू वी वांट टू बी बेटर आवरसेल्फ, को इम्प्रूव। बाकी ताहिर साहब, आपसे मेरी भी एक रिक्वेस्ट है, मैं भी कुछ अरसे से नहीं हूँ इतना आ रहा, एक्टिव हो रहा। ताहिर साहब, एक बार मैंने आपसे पहले भी रिक्वेस्ट की थी, मैं आपसे दूसरी बार कर लेता हूँ, 1,24,000 पैगंबरों वाली लाइन आप काइंडली लिखना छोड़ दें। इसकी वजह से एक बंदे ने 1,24,000 पैगंबरों को ही गाली तो दी, मैं ये नहीं कह रहा कि आपकी वजह से तो दी, लेकिन ये 1,24,000 का लफ्ज जब आप लिखते हैं ना तो बहुत से लोगों को शय मिलती है। आप तो इंटेलेक्चुअल किस्म का और लिंग्विस्टिक को सामने रख के जुमला लिख देंगे, लेकिन जिसके कानों पे आंखों के सामने वो चीज आ रही है ना, उसको नहीं समझ आ रही कि जुमला क्या लिखा गया। अच्छा जी, देखिए सीकर भाई, बात यह है कि आपने मुझसे बहुत दफ़ा मुझे कटहरे पे खड़ा किया है और मैं बारहा इसकी वजाहत कर चुका हूँ। मैं कहता हूँ अंबिया के बारे में सोच कर ही मुझे कुछ, खुदा ना करे कि मुझे कोई ऐसा एक सांस भी इस दुनिया में आए जब मेरे मुंह से या मेरे दिल में किसी नबी के या उसके नबी के किसी सच्चे गुलाम के बारे में कोई हल्का जुमला अदा हो। खुदा ना करे कि मुझे ऐसा सांस भी इस यहाँ पर आए। मैं तो सोच भी नहीं सकता। अलबत्ता मैं तो ये कहता हूँ कि जो मिर्ज़ा साहब के शदीद तरीन मुखालिफ हैं, मैं तो उनका भी, मैं देखें मेरा ट्रैक रिकॉर्ड है कि मैं अहमद रज़ा साहब बरेलवी रहमतुल्लाह अलैह, सनाउल्लाह अमृतसरी साहब रहमतुल्लाह अलैह, मुखालफीन की इतनी ज़्यादा मैं एहतियात के साथ नाम लेता हूँ। हालांकि बहुत दफ़ा मैंने मिर्ज़ा साहब क्या देता हूँ, और ये एक शऊरी कोशिश करता हूँ कि मेरे तर्ज अमल पर कोई रद्द अमल में भी कोई ऐसे किसी को ये ना जवाब मिल जाए कि ताहिर ने ये बात की है, क्योंकि मुझे अपने अकाबरीन की, अपने बुज़ुर्गों की इज़्ज़त बहुत अजीज़ है। ये नहीं है कि जब उनकी तज़लील की जाती है या तौहीन की जाती है तो मुझे अच्छा लगता है, और मैं जब रिटेलिएट भी करता हूँ तो एक असूली मौक़िफ़ अपना कर करता हूँ। और आपकी बात जो है वो मैं समझता, लेकिन आपके लिए अर्ज़ है कि मेरे ये दो जो जुमले जो मैं कहता हूँ, जो मैं बिल्कुल सोच समझ कर लिखे हैं, ये नहीं कि जज्बाती होकर लिख दिया है, उसकी इफ़ादियत जो है ना, अगर आप भी महसूस करेंगे तो आपको हो जाएगा कि इट इज़ इफेक्टिव। जज़ाकल्लाह। जज़ाकल्लाह जी, इंशाल्लाह आगे भी ऐसे रहे। ले यूसुफी भाई, बाकी शोएब भाई, मलक भाई, सारे भाई जो है, मेरी फ्लाइट का टाइम हो रहा है तो मैं ज़रा तैयारी कर लूँ। सब भाई अपना ख्याल रखें, फिर इंशाल्लाह मुलाकात होती है। चलिए, मेहरबानी, शुक्रिया आपका। तो आते रहे हैं। और कब तक वापसी है आपकी? 2-3 हफ्ते इंशाल्लाह, 2 हफ्ते तक मैंने हो जाना फ्री, फिर इंशाल्लाह दोबारा से आते हैं इंशाल्लाह। ओके जी, ओके, अल्लाह हाफ़िज़, थैंक यू। ताहिर अमजद साहब, अच्छा लगा आपने जो किया, लेकिन बात यह है कि कुछ आप अपने जमात के दोस्तों के साथ जब बैठे होते हैं ना, उस वक्त उनका प्रेशर बहुत ज़्यादा लेते हैं। तो उस प्रेशर में आके समटाइम आप वो बात जो आपका ज़ाती मतलब आपके ज़हन में होती है, या जो आप कहना चाहते हैं, या जो आपका मौक़िफ़ होता है, अपना मौक़िफ़ वहाँ पे आप दबा लेते हैं, बिलख़ुसूस जब आप जमात के लोगों के साथ बैठे होते हैं। आई डोंट नो वाई। तो मैं ये कहता हूँ कि जैसे अभी ज़िक्र भाई ने भी वो सवाल किया, जब से आपको एक जगह पे मुंसिफ बनाया गया था, और आपको शायद याद होगा तलत मलक साहब की ब्रॉड के ऊपर, या शायद ग़ालिबन अलीम साहब की ब्रॉड पे। लेकिन ये है कि आप अगर इस तरह का प्रेशर ले लेंगे, हक बात मुंह पे करें, जैसा मर्जी हो बंदा उसको टका के कहें, तो मेरा ख्याल है कि आपकी इज़्ज़त सब लोग करते हैं। और दूसरी बात ये, जिस वजह से हमारी, माज़रत मैं ख़त्म करता हूँ, जिस वजह से हमारी ये बात शुरू हुई है जो अब यहाँ तक आ गई है,
تو میرا خیال ہے اس طرح کی باتوں سے تو ظاہری بات ہے کہ انتشار ہی پھیلے گا. اگر کوئی اس طرح کے سخت اور تلخ قسم کے جملے کو لکھنا شروع کر دے, جیسے سیکر صاحب نے ایک مثال بھی دی ہے, اگر وہ اسی طرح گھما کے کسی اور کی طرف جائے گی تو ظاہری بات ہے کہ وہ اسے کیا لوگ اس کا تاثر لیں گے, کیا مطلب لیں گے, اس سے تو لڑائی بڑھے گی. تو بجائے یہ کہ اس طرح کے سخت جملے لکھے جائیں, آپ اپنا جو احتجاج ہے وہ اور بھی سخت الفاظات میں کر سکتے ہیں. پھر آپ میری غلطی نکالیں گے الفاظات میں, تو بار ہے کہ اپنے لفظوں میں اور بھی طریقے ہیں آپ کر سکتے ہیں, لیکن یہ ہے کہ تھوڑا سا آپ بھی احتیاط کریں تو ہم بھی کرتے ہیں, انشاءاللہ مل جل کے معاملہ ٹھیک کر لیتے ہیں. اب دیکھیں, آپ نے ایک سٹیٹمنٹ دیا ہے کہ میں احمدیوں کے دباؤ میں آ جاتا ہوں. مجھے جاننے والے بخوبی جانتے ہیں کہ میں کون ہوں.